ਨਮੋ ਬੁੱਧਾ, ਜੈ ਭੀਮ, ਜੈ ਭਾਰਤ। ਯੂਰਪ, ਯੂਕੇ ਅਤੇ ਦੂਸਰੇ ਦੇਸ਼ਾਂ ਵਿੱਚ ਲੋਟਸ ਟੈਲੀਵਿਜ਼ਨ ਨੂੰ ਦੇਖ ਰਹੇ ਦਰਸ਼ਕਾਂ ਦਾ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟਨ ਵੱਲੋਂ ਸਥਾਪਿਤ ਕੀਤੀ ਬੁੱਧਿਸਟ ਇੰਟਰਨੈਸ਼ਨਲ ਮੀਡੀਆ ਵੱਲੋਂ ਆਪ ਜੀ ਦਾ ਸਵਾਗਤ ਹੈ। ਅੱਜ ਦੇ ਪ੍ਰੋਗਰਾਮ ਦੀ ਸੇਵਾ ਤੁਹਾਡੇ ਜਾਣੇ ਪਹਿਚਾਣੇ ਦੇਵਲਾਲ ਸੁਮਨ ਅਤੇ ਬਖਸ਼ੋ ਸੁਮਨ ਜੀ ਦੇ ਪਰਿਵਾਰ ਵੱਲੋਂ ਆਪਣੇ ਮਾਤਾ ਜੀ ਬੀਬੀ ਬਚਨੀ ਸੁਮਨ ਜੀ ਦੇ 100 ਸਾਲਾਂ ਦੇ ਸੰਦਰਭ ਵਿੱਚ ਕਰਵਾਈ ਜਾ ਰਹੀ ਹੈ। ਉਹ ਲੋਕ ਖੁਸ਼ਗਵਾਰ ਹੁੰਦੇ ਹਨ ਜੋ 100 ਸਾਲ ਜਾਂ ਇਸ ਤੋਂ ਵੱਧ ਉਮਰ ਭੋਗਦੇ ਹਨ। ਇਹ ਅਵਸਰ ਬੀਬੀ ਬਚਨੀ ਸੁਮਨ ਜੀ ਨੂੰ ਵੀ ਪ੍ਰਦਾਨ ਹੋਇਆ ਹੈ। ਅਸੀਂ ਲੋਟਸ ਟੈਲੀਵਿਜ਼ਨ ਅਤੇ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟਨ ਵੱਲੋਂ ਉਹਨਾਂ ਦੇ 100ਵੇਂ ਜਨਮ ਦਿਨ ਤੇ ਲੱਖ ਲੱਖ ਵਧਾਈ ਪੇਸ਼ ਕਰਦੇ ਹਾਂ। ਬੁੱਧ, ਧੰਮ ਅਤੇ ਸੰਘ ਦੀ ਅਨੁਕੰਪਾ ਨਾਲ ਇਸ ਸਾਰੇ ਪਰਿਵਾਰ ਦੇ ਸੁਖੀ ਅਤੇ ਨਿਰੋਗੀ ਹੋਣ ਦੀ ਕਾਮਨਾ ਕਰਦੇ ਹਾਂ। ਬੀਬੀ ਬਚਨੀ ਸੁਮਨ ਜੀ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇੱਕ ਐਸੇ ਸਪੂਤ ਨੂੰ ਜਨਮ ਦਿੱਤਾ ਜੋ ਸਮਾਜ ਵਿੱਚ ਪੈਸੇ ਦਾ ਦਾਨ ਹੀ ਨਹੀਂ, ਧੰਮ ਦਾ ਦਾਨ ਵੀ ਬਾਖੂਬੀ ਵੰਡ ਰਿਹਾ ਹੈ ਅਤੇ ਜਸ਼ ਖੱਟ ਰਿਹਾ ਹੈ। ਇਸ ਲਈ ਅਸੀਂ ਇੱਕ ਵਾਰ ਫਿਰ, ਕਿਉਂਕਿ ਪਿਛਲੇ ਹਫਤੇ ਉਹ 100 ਸਾਲ ਦੇ ਹੋਏ ਹਨ, ਉਹਨਾਂ ਨੂੰ ਸੈਂਚੁਰੀ ਮਾਰਨ ਤੇ ਲੱਖ ਲੱਖ ਵਧਾਈ ਪੇਸ਼ ਕਰਦੇ ਹਾਂ। ਇਸ ਦੇ ਨਾਲ ਹੀ ਇੱਕ ਜ਼ਰੂਰੀ ਸੂਚਨਾ ਹੈ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਪਿਛਲੇ ਸਮੇਂ ਵਿੱਚ ਭੰਤੇ ਜੀ ਅਭੀ ਪ੍ਰਸੰਨੋ ਜੀ ਦਾ ਪਰਿਨਿਰਵਾਣ ਹੋ ਗਿਆ ਸੀ। ਕੱਲ੍ਹ ਨੂੰ ਉਹਨਾਂ ਦਾ ਅੰਤਮ ਸੰਸਕਾਰ ਹੈ। 1 ਵਜੇ ਤੋਂ ਲੈ ਕੇ 2 ਵਜੇ ਤੱਕ ਵਟ ਮਹਾ ਸੰਭੂਨ ਵੋਲਵਰਹੈਂਪਟਨ ਬੁੱਧਾ ਵਿਹਾਰਾ ਵਿਖੇ ਉਹਨਾਂ ਦੀ ਬੋਡੀ ਆਏਗੀ ਦਰਸ਼ਨ ਵਾਸਤੇ ਅਤੇ ਉਸ ਤੋਂ ਬਾਅਦ 2:50 ਤੇ ਗੌਰਨਲ ਕ੍ਰੈਮੀਟੋਰੀਅਮ ਦੇ ਵਿੱਚ ਉਹਨਾਂ ਦਾ ਅੰਤਮ ਸੰਸਕਾਰ ਹੋਏਗਾ ਔਰ ਬਾਅਦ ਦੇ ਵਿੱਚ ਇੱਥੇ ਬੁੱਧ ਵਿਹਾਰ ਵਿੱਚ ਆ ਕੇ ਅੰਤਮ ਅਰਦਾਸ ਹੋਏਗੀ। ਸੋ ਸਭਨਾਂ ਨੂੰ ਬੇਨਤੀ ਹੈ ਕਿ ਉਹਨਾਂ ਦੇ ਸੰਸਕਾਰ ਵਿੱਚ ਵੀ ਪਹੁੰਚਣ ਦੀ ਕਿਰਪਾਲਤਾ ਕਰਨੀ। 16 ਮਈ ਨੂੰ ਤਥਾਗਤ ਬੁੱਧ ਜੀ ਦਾ ਦੁਨੀਆ ਭਰ ਵਿੱਚ 2566ਵਾਂ ਜਯੰਤੀ ਜਿਹੜੀ ਆ ਉਹ ਮਨਾਈ ਗਈ ਹੈ। ਦੁਨੀਆ ਦੀ ਇੱਕੋ ਇੱਕ ਐਸੀ ਸ਼ਖਸੀਅਤ ਹੋਈ ਹੈ ਜਿਸ ਦਾ ਜਨਮ, ਗਿਆਨ ਅਤੇ ਮਹਾਪਰਿਨਿਰਵਾਣ ਪੂਰਨਮਾਸ਼ੀ ਦੇ ਦਿਨ ਹੀ ਹੋਇਆ ਹੈ ਅਤੇ ਦਰਖਤ ਦੇ ਹੇਠ ਹੋਇਆ ਹੈ। ਜਨਮ ਲੁੰਬਣੀ ਵਿੱਚ, ਗਿਆਨ ਬੋਧ ਗਿਆ ਵਿੱਚ ਅਤੇ ਮਹਾਪਰਿਨਿਰਵਾਣ ਕੁਸ਼ੀਨਾਰਾ ਵਿੱਚ। ਜੋ ਧੰਮ ਤਥਾਗਤ ਨੇ ਦੁਨੀਆ ਨੂੰ ਦਿੱਤਾ ਉਸ ਦਾ ਕੁਝ ਅੰਸ਼ ਆਪ ਜੀ ਨਾਲ ਸਾਂਝਾ ਕੀਤਾ ਜਾਵੇਗਾ, ਜਿਸ ਵਿੱਚ ਮੇਰਾ ਸਾਥ ਦੇ ਰਹੇ ਹਨ ਤੇਜ ਬੁੱਧੀ ਦੇ ਮਾਲਕ, ਜਿਸ ਨੂੰ ਚੱਲਦਾ ਫਿਰਦਾ ਸਾਈਕਲੋਪੀਡੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਮੇਰੀ ਮੁਰਾਦ ਹੈ ਫਕੀਰ ਚੰਦ ਚੌਹਾਨ ਜੀ, ਜਿਨ੍ਹਾਂ ਨਾਲ ਧੰਮ ਦੇ ਵਿਸ਼ੇ ਤੇ ਪਹਿਲੀ ਵਾਰ ਚਰਚਾ ਕਰਨ ਜਾ ਰਿਹਾ ਹਾਂ। ਚੌਹਾਨ ਸਾਹਿਬ, ਲੋਟਸ ਟੈਲੀਵਿਜ਼ਨ ਦੇ ਸਟੂਡੀਓ ਵਿੱਚ ਆਪ ਜੀ ਦਾ ਸਵਾਗਤ ਹੈ। ਨਮੋ ਬੁੱਧ, ਜੈ ਭੀਮ, ਜੈ ਭਾਰਤ। ਥੈਂਕ ਯੂ। ਸੋ ਜੋ ਅੱਜ ਦਾ ਵਿਸ਼ਾ ਹੈ ਉਹ ਹੈ ਬੁੱਧ ਅਤੇ ਉਹਨਾਂ ਦੇ ਧੰਮ ਵਿੱਚ 4 ਨੋਬਲ ਟਰੂਥ, ਜਾਨੀ 4 ਆਰੀਆ ਸੱਤ, 4 ਸ੍ਰੇਸ਼ਟ ਸਚਾਈਆਂ, 8 ਫੋਲਡ ਪਾਥ ਜਾਨੀ ਅਸ਼ਟਾਂਗ ਮਾਰਗ ਦਾ ਮਹੱਤਵ, ਭਾਰਤ ਵਿੱਚ ਬੁੱਧ ਧੰਮ ਦਾ ਉਥਾਨ, ਪਤਨ ਅਤੇ 14 ਅਕਤੂਬਰ 1956 ਨੂੰ ਡਾਕਟਰ ਅੰਬੇਡਕਰ ਵੱਲੋਂ ਦੁਬਾਰਾ ਜਿੰਦਾ ਕਰਨਾ, 2566ਵੀਂ ਬੁੱਧ ਪੂਰਨਿਮਾ ਤੇ ਚਰਚਾ, ਇਹ ਅੱਜ ਦਾ ਵਿਸ਼ਾ ਆ। ਸੋ ਅਸੀਂ ਇਸ ਵਿਸ਼ੇ ਤੇ ਗੱਲਬਾਤ ਕਰਨ ਚਾਹ ਰਹੇ ਹਾਂ।
ਸਭ ਤੋਂ ਪਹਿਲਾਂ ਚੌਹਾਨ ਸਾਹਿਬ 2566 ਸਾਲ ਤੋਂ ਪਹਿਲਾਂ ਭਾਰਤ ਦੀ ਧਾਰਮਿਕ, ਸਮਾਜਿਕ, ਸੰਸਕ੍ਰਿਤਿਕ ਅਤੇ ਰਾਜਨੀਤਿਕ ਸਥਿਤੀ ਦਾ ਵਰਣਨ ਕਰੋਗੇ? ਭਾਰਤ ਦੀ ਜਿਹੜੀ ਆਪਣੀ ਪ੍ਰਾਤਨ ਸੰਸਕ੍ਰਿਤੀ ਸੀ ਜੀ ਉਹ ਇੰਡਸ ਵੈਲੀ ਸਿਵਲਾਈਜੇਸ਼ਨ ਸੀ, ਜੀ ਕਿਉਂਕਿ ਉਹਦੇ ਵਿੱਚ ਕੋਈ ਵਰਣ ਵਸਤਾ ਨਹੀਂ ਸੀ। ਜੀ ਸਾਰੇ ਭਾਰਤੀ ਲੋਕ ਜਿਹੜੇ ਸੀ ਆਜ਼ਾਦੀ, ਬਰਾਬਰੀ, ਭਾਈਚਾਰਾ ਸੀ। ਜੀ ਜਿਹੜਾ ਜ਼ਿਕਰ ਕੀਤਾ 566 ਤੱਕ, ਜੀ ਉਦ ਤੱਕ ਫਿਰ ਪਰਿਵਰਤਨ ਆ ਚੁੱਕੇ ਸਨ। ਜੀ ਜਿਹੜੇ ਆਰੀਆ ਲੋਕ ਸੀਗੇ ਇਹ ਤਕਰੀਬਨ 4000 ਸਾਲ ਪਹਿਲਾਂ ਜੀ ਮੱਧ ਏਸ਼ੀਆ ਤੋਂ ਇਹ ਭਾਰਤ ਵਿੱਚ ਆਏ ਜੀ ਹਮਲਾਵਰ ਦੇ ਤੌਰ ਤੇ। ਜੀ ਔਰ ਜਿਸ ਵੇਲੇ ਉਹ ਆਏ ਤਾਂ ਉਹ ਇੱਕ ਲਗਾਤਾਰ ਉਹ ਗਰੁੱਪਾਂ 'ਚ ਆਉਂਦੇ ਰਹੇ ਜੀ ਔਰ ਆ ਕੇ ਜਾਣੀ ਮਤਲਬ ਉਹ ਜਿੱਤਾਂ ਪ੍ਰਾਪਤ ਕਰਦੇ ਰਹੇ, ਜੀ ਕਿਉਂਕਿ ਉਹਨਾਂ ਦੀ ਆਪਣੀ ਜ਼ਬਾਨ ਸੰਸਕ੍ਰਿਤ ਸੀ। ਜੀ ਤਾਂ ਉਹਨੀ ਭਾਰਤ ਦੇ ਵਿੱਚ ਆ ਕੇ ਜਾਣੀ ਪਹਿਲਾ ਜਿਹੜਾ ਉਹਨੇ ਗ੍ਰੰਥ ਲਿਖਿਆ ਉਹ ਰਿਗਵੇਦ ਸੀ। ਜੀ ਉਹ ਰਿਗਵੇਦ ਲਿਖਿਆ, ਫਿਰ ਬਾਕੀ ਲਿਖੇ ਜਾਣੀ। ਉਹ ਰਿਗਵੇਦ ਜਾਣੀ ਉਹਨੇ ਇਸ ਤਰੀਕੇ ਨਾਲ ਲਿਖਿਆ ਵੀ ਭਾਰਤੀ ਲੋਕਾਂ ਨੂੰ ਕਿੱਦਾਂ ਨੀਚ ਤਾਂ ਗੁਲਾਮ ਬਣਾਉਣਾ। ਜੀ ਔਰ ਇਸ ਕਰਕੇ ਫਿਰ ਉਹ ਜਿਹੜਾ ਮਤਲਬ ਹੈ ਜਿਸ ਵੇਲੇ ਦਾ ਬੁੱਧ ਦਾ ਪੀਰੀਅਡ ਆ ਉਹ ਉਸ ਵੇਲੇ ਉਹ ਜਿਹੜੀ ਵੈਦਿਕ ਸੰਸਕ੍ਰਿਤੀ ਸੀ ਜੀ ਉਹ ਸਟੈਬਲਿਸ਼ ਹੋ ਚੁੱਕੀ ਸੀ। ਜੀ ਉਹਨੂੰ ਵੈਦਿਕ ਧਰਮ ਵੀ ਕਿਹਾ ਜਾਂਦਾ, ਜੀ ਕਿਉਂਕਿ ਉਹਨਾਂ ਲੋਕਾਂ ਨੇ ਜਾਣੀ ਜਿੱਥੇ ਜਿੱਥੇ ਵੀ ਜਿੱਤ ਪ੍ਰਾਪਤ ਕਰਦੇ ਸੀ ਉੱਥੇ ਉਹ ਰਾਜਿਆਂ ਤੋਂ ਇਹਨੂੰ ਲਾਗੂ ਕਰਾਉਂਦੇ ਸੀ ਜੀ ਵੀ ਵਰਣ ਵਸਤਾ ਨੂੰ ਕਿੱਦਾਂ ਲਾਗੂ ਕਰਨਾ, ਕਿੱਦਾਂ ਜਾਣੀ ਮਤਲਬ ਲੋਕਾਂ ਨੂੰ ਨੀਚ ਬਣਾਉਣਾ। ਜੀ। ਇਹ ਸਾਰਾ ਜਾਣੀ ਮਤਲਬ ਸੀਗਾ, ਜੀ ਪਰ ਉਹ ਇਹ ਉਸ ਵੇਲੇ ਦੀ ਇਹ ਘਟਨਾਵਾਂ ਹੈ। ਅੱਛਾ, ਸਿਧਾਰਥ ਦੇ ਮੁੱਢਲੇ ਜੀਵਨ ਦਾ ਵਰਣਨ ਕਰੋਗੇ? ਦੇਖੋ, ਸਿਧਾਰਥ ਜਿਨ੍ਹਾਂ ਨੇ ਇਸ ਵੈਦਿਕ ਧਰਮ ਨੂੰ ਚੁਣੌਤੀ ਦਿੱਤੀ, ਜੀ ਮਤਲਬ ਇਸ ਕਰਕੇ ਉਹਨਾਂ ਦਾ ਉਹ ਮਹਾਮਾਨਵ ਸੀ। ਜੀ ਕਿਉਂਕਿ ਉਸ ਵੇਲੇ ਜਦ ਉਹਨਾਂ ਦਾ ਜਨਮ ਹੋਇਆ 2566 ਸਾਲ ਪਹਿਲਾਂ ਲੁੰਬਨੀ ਵਿਖੇ, ਜੀ ਕਿਉਂਕਿ ਉਸ ਵੇਲੇ ਜਿਹੜਾ ਵੈਦਿਕ ਧਰਮ ਜਾਣੀ ਸਥਾਪਿਤ ਹੋ ਚੁੱਕਾ ਸੀ। ਜੀ ਕਿਉਂਕਿ ਉਹ ਹੁਣ ਜਿਸ ਵੇਲੇ ਉਹ ਕਪਿਲਵਸਤੂ ਦਾ ਰਾਜਾ ਸੀ, ਜੀ ਮਤਲਬ ਜਿਨ੍ਹਾਂ ਦੇ ਉਹ ਪੁੱਤ ਸੀਗੇ, ਸੁਸ਼ੋਧਨ। ਹਾਂ ਜੀ ਸੁਸ਼ੋਧਨ ਦਾ ਮਤਲਬ ਪੁੱਤਰ ਸੀ, ਮਹਾਮਾਇਆ ਉਹਨਾਂ ਦੀ ਮਾਂ ਸੀ। ਜੀ ਉਹ ਹੁਣ ਦੇਖੋ ਵੀ ਜਿਸ ਵੇਲੇ ਕੋਈ ਫਿਰ ਮਹਾਮਾਇਆ ਦੀ ਤਾਂ ਮੌਤ ਹੋ ਗਈ, ਜੀ ਉਹ ਦੂਸਰੀ ਉਹਨਾਂ ਦੀ ਮਾਸੀ ਨੇ ਹਾਂ, ਉਹਨਾਂ ਨੂੰ। ਪ੍ਰਜਾਪਤੀ ਗੌਤਮੀ ਨੇ ਉਹਨਾਂ ਨੂੰ ਪਾਲਿਆ। ਜੀ ਜਿਉਂ-ਜਿਉਂ ਉਹਨੇ ਸੁਰਤ ਸੰਭਾਲੀ ਤਾਂ ਫਿਰ ਉਹਨਾਂ ਨੂੰ ਦੱਸਿਆ ਗਿਆ ਕਿ ਆਪਾਂ ਕਸ਼ਤਰੀ ਆ, ਜੀ ਆਪਣਾ ਇਹ ਰਾਜ ਹੈ ਜੀ ਕਪਿਲਵਸਤੂ, ਜੀ ਵੀ ਤੈਂ ਮਤਲਬ ਹੈ ਇੱਥੇ ਦਾ ਸੁਸ਼ੋਧਨ ਤੋਂ ਬਾਅਦ ਰਾਜਾ ਬਣਨਾ। ਜੀ ਫਿਰ ਹੁਣ ਜਿਉਂ-ਜਿਉਂ ਬੱਚਾ ਵੱਡਾ ਹੁੰਦਾ ਫਿਰ ਉਹ ਵਿੱਦਿਆ ਵੀ ਪ੍ਰਾਪਤ ਕਰਦਾ। ਜੀ ਔਰ ਪਰ ਹੁਣ ਉੱਥੇ ਦੱਸਣਾ ਜ਼ਰੂਰੀ ਆ ਵੀ ਜਿਸ ਵੇਲੇ ਉਹ ਵੱਡੇ ਹੋ ਰਹੇ ਸੀ, ਜੀ ਸੁਰਤ ਆ ਰਹੀ ਸੀ, ਤਾਂ ਉਹ ਇਸ ਗੱਲ ਤੋਂ ਹੈਰਾਨ ਸੀ ਵੀ ਮੈਂ ਜੀ ਇਹ ਵਰਣ ਕਿਉਂ, ਜੀ ਇਹ ਊਚ ਨੀਚ ਕਿਉਂ। ਜੀ ਪਰ ਹੁਣ ਉਹਨਾਂ ਨੂੰ ਤਾਂ ਦੱਸਿਆ ਗਿਆ ਸੀ, ਫਿਰ ਉਹਨੇ ਵਿੱਦਿਆ ਵੀ ਸ਼ੁਰੂ ਕੀਤੀ। ਜੀ ਦੱਸਣਾ ਜ਼ਰੂਰੀ, ਉਹਨਾਂ ਦੀ ਸੋਚ ਅਲੱਗ ਸੀ, ਜੀ ਕਿਉਂਕਿ ਉਹਨੇ ਮਤਲਬ ਕਿਹਾ ਵੀ ਇਹ ਜੋ ਕੁਝ ਮੈਨੂੰ ਦੱਸਿਆ ਜਾ ਰਿਹਾ ਵੀ ਤੇਰੇ ਸੇਵਾ ਕਰਨੀ ਹੈ, ਉਹਨੇ ਕਿਹਾ ਵੀ ਮੈਨੂੰ ਬਿਲਕੁਲ ਇਹਨਾਂ ਦੀ ਲੋੜ ਨਹੀਂ। ਜੀ ਕਿਉਂਕਿ ਉਹਨੇ ਸਕੂਲ 'ਚ ਦਾਖਲਾ ਲਿਆ, ਫਿਰ ਉਹ ਜਿੱਥੇ ਉਹ ਹੁੰਦਾ ਸੀ ਉਹ ਵੀ ਜਾਂਦੇ ਸੀ, ਜੀ ਪਰ ਉਹ ਜਿਹੜੀ ਗੱਲ ਉਹਨਾਂ ਦੀ ਬੁੱਧੀ ਦੇ ਮੁਤਾਬਕ ਉਹਨਾਂ ਨੂੰ ਸਹੀ ਨਹੀਂ ਸੀ ਲੱਗਦੀ। ਜੀ ਕਿਉਂਕਿ ਪਹਿਲਾਂ ਤਾਂ ਵੱਡੀ ਗੱਲ ਆ, ਉਹਨੇ ਕਿਹਾ ਵੀ ਨਾਲ ਜੀ ਇਹ ਨਹੀਂ ਕਿ ਮੈਂ ਮਤਲਬ ਰਾਜੇ ਦਾ ਪੁੱਤ ਹਾਂ ਵੱਖਰਾ ਬੈਠਣਾ, ਜੀ ਵੀ ਮੇਰੇ ਲਈ ਭਾਵੇਂ ਤੁਸੀਂ ਮੈਨੂੰ ਕਸ਼ਤਰੀ ਦੱਸਦੇ ਆ, ਮੇਰੇ ਲਈ ਸਾਰੇ ਮਾਨਵ ਹੈ। ਜੀ ਪਰ ਦੂਸਰੀ ਗੱਲ ਆ ਉਹਨਾਂ ਦੀ ਇਹ ਸੀ ਵੀ ਉਸ ਵੇਲੇ ਖੇਡਾਂ ਵੀ ਸਨ, ਜੀ ਉਹਨਾਂ ਦੇ ਵਿੱਚ ਅਨੁਸ਼ਾਸਨ ਬਹੁਤ ਸੀ। ਹੁਣ ਰਾਜਪੂਤ ਉਹ ਰਾਤ ਨੂੰ ਹੋਰ ਬਹੁਤ ਜਾਸ਼ੀਆਂ ਕਰਦੇ ਜਾਂ ਕਿੱਦਾਂ, ਉਹਨਾਂ ਦੇ ਵਿੱਚ ਇੰਨਾ ਅਨੁਸ਼ਾਸਨ ਸੀ, ਉਹ ਖੁਰਾਕ ਵੀ ਸਮਝ ਕੇ ਫਿਰ ਸੌਂਦੇ ਸੀ, ਵਕਸਰ ਉੱਠਦੇ ਸੀ। ਜੀ ਫਿਰ ਉਹਨੇ ਇਹ ਕਿਹਾ ਵੀ ਮੈਂ ਬਿਲਕੁਲ ਕਿਸੇ ਤੋਂ ਸਫਾਈ ਨਹੀਂ ਕਰਾਉਣੀ, ਮੈਂ ਆਪਣੀ ਸਫਾਈ ਆਪ ਕਰਾਂਗਾ। ਜੀ ਕਿਉਂਕਿ ਬਾਡੀ ਨੂੰ ਕਿੱਦਾਂ ਠੀਕ ਰੱਖਣਾ, ਕਿੱਦਾਂ ਖਾਣਾ, ਸਾਰਾ ਕੁਝ। ਜੀ ਫਿਰ ਉਹ ਉਸ ਵੇਲੇ ਖੇਡਾਂ ਸਨ, ਜੀ ਯਾਨੀ ਮਤਲਬ ਜਿਹੜੀ ਖੇਡਾਂ ਦਾ ਇੰਨਾ ਪ੍ਰਚਾਰ, ਕਿਉਂਕਿ ਉਸ ਦੌੜਾਂ
ਦੀਆਂ ਸਨ, ਜੀ ਰੈਸਲਿੰਗ ਹੁੰਦੀ ਸੀਗੀ, ਜੀ ਤੇ ਫਿਰ ਉਹ ਹੋਰ ਜਿਹੜੀਆਂ ਜਿੰਨੀਆਂ ਵੀ ਖੇਡਾਂ ਸਨ ਉਹ ਬਾਕੀ ਖਿਡਾਰੀਆਂ ਦੇ ਨਾਲ ਜਾਣੀ ਉਸ ਵੇਲੇ ਕਬੱਡੀ ਚੱਲਦੀ ਸੀ। ਜੀ ਜਾਣੀ ਉਹ ਫਿਰ ਜਿਸ ਵੇਲੇ ਉਹ ਮਤਲਬ ਵੱਡੇ ਹੁੰਦੇ ਗਏ, ਪਰ ਉਹ ਸ਼ੁਦੋਦਨ ਤਾਂ ਚਾਹੁੰਦਾ ਸੀਗਾ ਵੀ ਇਹਦੀ ਸੋਚ ਰਾਜਾ ਬਣ ਤੱਕੇ ਰਵੇ। ਜੀ ਪਰ ਇਸ ਕਰਕੇ ਫਿਰ ਉਹਨਾਂ ਦੀ ਸ਼ਾਦੀ ਵੀ ਤੁਹਾਨੂੰ ਪਤਾ ਵੀ 16 ਸਾਲ ਦੀ ਉਮਰ 'ਚ ਸ਼ੋਧਨਾ ਨਾਲ ਕਰ ਦਿੱਤੀ, ਤੇ ਜੀ। ਬੱਚਾ ਵੀ ਪੈਦਾ ਹੋ ਜੀ। ਗਿਆ ਰਾਹੁਲ। ਜੀ ਪਰ ਵੱਡੀ ਤਾਂ ਗੱਲ ਆ, ਪਰ ਉਹਨਾਂ ਦਾ ਵਿਜ਼ਨ ਹੋਰ ਸੀ। ਜੀ ਉਹ ਜਾਣਨਾ ਚਾਹੁੰਦੇ ਸਨ ਵੀ ਬਾਕੀ ਲੋਕ ਕਿੱਦਾਂ ਰਹਿੰਦੇ। ਜੀ ਉਹ ਤਾਂ ਫਿਰ ਬਾਹਰ ਜਾ ਕੇ ਕਰਨਾ ਸੀਗਾ, ਜੀ ਤੇ ਪਰ ਉਹ ਇਦਾਂ ਸੀਗੀ ਵੀ ਜਿਹੜਾ ਹੁਣ ਮਤਲਬ ਉਹਨਾਂ ਨੇ ਜੋ ਕੁਝ ਵੀ ਬਾਹਰ ਜਾਣਾ ਹੋਇਆ ਦੇਖਿਆ ਉਹਨੇ, ਉਹ ਫਿਰ ਉਹਨਾਂ ਨੂੰ ਅਨੁਭਵ ਹੁੰਦਾ ਰਿਹਾ ਜੀ ਕਿ ਮਤਲਬ ਤੁਸੀਂ ਬੜੇ ਸੋਹਣੇ ਤਰੀਕੇ ਦੇ ਨਾਲ ਜਿਹੜੀ ਉਹਨਾਂ ਦੀ ਬਚਪਨ ਲਾਈਫ ਆ ਉਹਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਸੀਂ ਐਕਸਪਲੇਨ ਕੀਤਾ। ਮੇਰੇ ਲਈ ਇਹ ਇੱਕ ਨਵੀਂ ਗੱਲ ਆ, ਪਹਿਲਾਂ ਇੰਨੀ ਡਿਟੇਲ ਦੇ ਵਿੱਚ ਕਿਸੇ ਨੇ ਵਿਆਖਿਆ ਨਹੀਂ ਕੀਤੀ ਕਿ ਉਹਨਾਂ ਦਾ ਜਿਹੜਾ ਬਚਪਨ ਆ ਉਹ ਉਹਨਾਂ ਦੀ ਨੇਚਰ ਕਿਹੋ ਜਿਹੀ ਸੀ ਜਾਂ ਕੀ ਸੀਗਾ। ਅੱਛਾ, ਉਹਦੇ ਵਿੱਚ ਇਹ ਆ ਕਿ ਪਹਿਲੇ ਨੋਬਲ ਟਰੂਥ ਦਾ ਅਨੁਭਵ ਉਹਨਾਂ ਨੂੰ ਕਿਵੇਂ ਹੋਇਆ? ਦੇਖੋ ਜਿਹੜਾ ਉਹਨਾਂ ਦਾ ਜਿਹੜਾ ਇਹ ਧੰਮ ਆ ਜਿਹਨੂੰ ਬਾਅਦ 'ਚ ਕਿਹਾ ਜਾਣ ਲੱਗਾ, ਜੀ ਕਿਉਂਕਿ ਉਹ ਜਾਣਨਾ ਚਾਹੁੰਦੇ ਸਨ ਵੀ ਸਾਰੇ ਲੋਕ ਕਿੱਦਾਂ ਰਹਿੰਦੇ, ਜੀ ਕਿਉਂਕਿ ਰਾਜਿਆਂ ਦਾ ਤਾਂ ਜੀਵਨ, ਕਿਉਂ ਉਹਨਾਂ 'ਚ ਉਹ ਪੈਦਾ ਹੋਏ ਸੀ, ਜੀ ਉਹ ਤਾਂ ਉਹ ਦੇਖ ਰਹੇ ਸੀ ਵੀ ਏਡੇ ਵੱਡੇ ਮਹੱਲ ਆ, ਇੱਦਾਂ ਉਹਨਾਂ ਦੀ ਸੇਵਾ ਹੁੰਦੀ ਆ। ਜੀ ਪਰ ਉਹ ਬਾਕੀ ਲੋਕਾਂ ਨੂੰ ਨਾਲ ਸੰਪਰਕ ਕਰਨ ਲਈ ਤਾਂ ਉਹਨਾਂ ਨੂੰ ਫਿਰ ਘਰ ਛੱਡਣਾ ਪੈਣਾ ਸੀ। ਜੀ ਪਰ ਇਹ ਦੱਸਣਾ ਬਹੁਤ ਜ਼ਰੂਰੀ ਆ ਵੀ ਜਿਹੜਾ ਕਿਹਾ ਜਾਂਦਾ ਵੀ ਉਹਨੇ ਘਰ ਛੱਡਿਆ, ਉਹ ਸਾਰੇ ਵਿਸ਼ਵ ਨੂੰ ਆਪਣਾ ਘਰ ਸਮਝਦੇ ਸਨ। ਜੀ ਕਿਉਂਕਿ ਇਹ ਨਹੀਂ ਵੀ ਤੁਸੀਂ ਰਾਜਿਆਂ ਦੇ ਘਰ ਪੈਦਾ ਹੋ ਗਏ ਵੀ ਉੱਥੇ ਹੀ ਰਹਿਣਾ। ਜੀ ਜੇ ਤੁਸੀਂ ਮਾਨਵ ਦਾ ਜਾਤੀ ਦਾ ਕਲਿਆਣ ਕਰਨਾ, ਫਿਰ ਤਾਂ ਤੁਹਾਨੂੰ ਬਹੁਤ ਕੁਝ ਕਰਨਾ ਪੈਂਦਾ। ਜੀ ਜਾਣੀ ਉਹਨੇ ਫਿਰ ਜਦ ਦੇਖ ਲਿਆ ਵੀ ਜਿਉਂ-ਜਿਉਂ ਉਹਨਾਂ ਦੀ ਉਮਰ ਹੁੰਦੀ ਸੀ ਵੀ ਮੈਂ ਇਹ ਜਿਹੜਾ ਜਿਸ ਤਰ੍ਹਾਂ ਆਮ ਲੋਕ ਰਹਿੰਦੇ ਆ ਜੀ ਉਹਨਾਂ ਨਾਲ ਮੈਂ ਸੰਪਰਕ ਕਰਕੇ ਹੀ ਇਹ ਜਾਣ ਸਕਦਾ। ਜੀ ਇਸ ਕਰਕੇ ਜਾਣੀ ਉਹ ਮਤਲਬ 28 ਸਾਲ ਦੀ ਉਮਰ ਦੇ ਵਿੱਚ ਉਦੋਂ ਇੱਕ ਘਟਨਾ ਵੀ ਵਾਪਰੀ ਸੀ, ਕਿਉਂਕਿ ਉਹ ਜਿਹੜਾ ਪਾਣੀ ਤੋਂ ਝਗੜਾ ਹੋਇਆ ਸੀ। ਜੀ ਕਿਉਂਕਿ ਜ਼ਿਆਦਾ ਤਾਂ ਇਹਦੇ ਤੇ ਹੀ ਕਨਸੈਂਟਰੇਸ਼ਨ ਕੀਤੀ ਜਾਂਦੀ ਆ ਕਿ ਪਾਣੀ ਦੇ ਝਗੜੇ ਤੋਂ ਦੁਖੀ ਹੋ ਕੇ ਉਹਨਾਂ ਨੇ ਇਧਰਲਾ ਪਾਸਾ ਨਹੀਂ, ਅਪਣਾਇਆ। ਦੇਖੋ ਪਹਿਲਾਂ ਤਾਂ ਬੜੀ ਗੱਲ ਆ ਵੀ ਉਹ ਸੱਚ ਜਾਣਨਾ ਚਾਹੁੰਦੇ ਸਨ। ਜੀ ਉਹ ਜਾਣੀ ਮਤਲਬ ਦੇ ਜਾਣਨਾ ਚਾਹੁੰਦੇ ਸਨ ਵੀ ਜਿਹੜੀ ਸਮਾਜ ਦੇ ਵਿੱਚ ਇੰਨਾ ਭੇਦਭਾਵ ਕਿਉਂ। ਜੀ ਕਿਉਂਕਿ ਉਹਨੀ ਤਾਂ ਮਨ ਦੇ ਵਿੱਚ ਕਿਹਾ ਸੀ ਵੀ ਭਾਵੇਂ ਤੁਸੀਂ ਮੈਨੂੰ ਕੁਛੱਤਰੀ ਕਹਿੰਦੇ ਆ, ਪਰ ਮੇਰੇ ਲਈ ਸਾਰੇ ਮਾਨਵ ਆ। ਜੀ ਵੀ ਮੈਂ ਗਰੀਬਾਂ ਦੇ ਨਾਲ ਵੀ ਬੈਠਾਂਗਾ, ਮੈਂ ਸਾਰਿਆਂ ਨੂੰ ਤੁਸੀਂ ਦੇਖੋ ਵੀ ਉਹ ਤਾਂ ਸਾਰਿਆਂ ਦੇ ਨਾਲ ਬਹਿੰਦੇ ਉੱਠਦੇ ਸੀ। ਜੀ ਪਰ ਉਹ ਜਿਹੜਾ ਹੁਣ ਪਹਿਲਾ ਅਨੁਭਵ ਹੋਇਆ ਜਾਂ ਕਿਉਂਕਿ ਜਿਸ ਵੇਲੇ ਉਹਨਾਂ ਆ ਗਏ ਉੱਥੋਂ, ਜੀ ਫਿਰ ਉਹਨੇ ਮਤਲਬ ਇਹ ਦੇਖਿਆ ਵੀ ਲੋਕਾਂ ਦੇ ਵਿੱਚ ਇੰਨੀ ਗਰੀਬੀ ਕਿਉਂ, ਜੀ ਗੁਲਾਮੀ ਕਿਉਂ, ਜੀ ਵੀ ਜਿਹੜੇ ਮਜ਼ਦੂਰ ਆ ਖੇਤਾਂ 'ਚ ਕੰਮ ਕਰਦੇ ਆ ਵੀ ਉਹ ਔਰਤਾਂ ਦੇ ਤਾਂ ਤਨ ਤੇ ਕੱਪੜਾ ਹੀ ਨਹੀਂ। ਜੀ ਕਿਉਂਕਿ ਉਹਨੇ ਫਿਰ ਸਾਰਾ ਮਤਲਬ ਇਹ ਜਿਹੜਾ ਅਨੁਭਵ ਕੀਤਾ, ਜਾਣੀ ਪਹਿਲਾ ਜਿਹੜਾ ਉਹ ਇਹ ਹੀ ਹੈ ਜੀ ਵੀ ਸਾਰੇ ਲੋਕਾਂ ਦਾ ਵੀ ਸਾਰੇ ਲੋਕ ਕਿੱਦਾਂ ਰਹਿੰਦੇ ਆ। ਜੀ ਪਰ ਉਹਨਾਂ ਦੇ ਵਿੱਚ ਜਿਹੜੇ ਦੇਖੋ ਵੀ ਔਰਤਾਂ ਦੀ ਕਿੰਨੀ ਦੁਰਦਸ਼ਾ ਹੈ, ਜੀ ਜਾਣੀ ਫਿਰ ਵੀ ਅਨਹੈਪੀਨੈਸ ਕਿਉਂ ਆ। ਜੀ ਜਾਣੀ ਹੁਣ ਤੁਸੀਂ ਦੇਖੋ ਵੀ ਉਹਨੇ ਪਹਿਲਾਂ ਤਾਂ ਮਹੱਲਾਂ ਦੀ ਜ਼ਿੰਦਗੀ ਦੇਖੀ ਸੀ, ਜੀ ਫਿਰ ਉਹਨਾਂ ਨੂੰ ਮਤਲਬ ਇਹਨਾਂ ਸਾਰੀਆਂ ਗੱਲਾਂ ਦਾ ਅਨੁਭਵ ਹੋਇਆ। ਜੀ ਇਹ ਪਹਿਲਾ ਜਾਣੀ ਨੋਬਲ ਟਰੂਥ ਹੈ। ਅੱਛਾ, ਜਿਹੜਾ ਦੂਸਰਾ ਨੋਬਲ ਟਰੂਥ ਆ ਉਹਦਾ ਉਹਨਾਂ ਨੂੰ ਕਿਵੇਂ ਅਨੁਭਵ ਹੋਇਆ? ਦੇਖੋ ਜਿਉਂ-ਜਿਉਂ ਉਹਨਾਂ ਨੂੰ ਜੋ ਕੁਝ ਦੱਸਿਆ ਗਿਆ ਸੀਗਾ ਵੀ ਇਹ ਜੋ ਕੁਝ ਹੈਗਾ, ਹੁਣ ਤੁਹਾਨੂੰ ਪਤਾ ਵੀ ਜਿਹੜੀ ਵਰਣ ਅਵਸਥਾ ਸੀ, ਜੀ ਅਮੀਰੀ ਗਰੀਬੀ ਸੀ, ਜੀ ਉਹ ਕਿਉਂਕਿ ਉਹਨਾਂ ਨੂੰ ਮੰਦਿਰ 'ਚ ਵੀ ਪਹਿਲਾਂ ਲਗਾਏ ਸੀ, ਜੀ ਜਿੱਥੇ ਜਿਹੜੇ ਵੀ ਉਸ ਵੇਲੇ ਦੇ ਮੰਦਿਰ ਸੀਗੇ, ਜੀ ਉਹ ਜਾਣੀ ਇਹੀ ਦੱਸਿਆ ਜਾਂਦਾ ਸੀ ਵੀ ਜੋ ਕੁਝ ਇਹ ਹੈਗਾ ਇਹ ਪਿਛਲੇ ਜਨਮਾਂ ਦਾ ਫਲ ਹੈ, ਜੀ ਫਿਰ ਨਾਲ ਕਿਸਮਤ ਹੈ। ਜੀ ਪਰ ਉਹ ਫਿਰ ਉਹਨਾਂ ਦਾ ਮਨ ਨਹੀਂ ਸੀ ਮੰਨਦਾ। ਜੀ ਉਹਨੇ ਕਿਹਾ ਵੀ ਇਹ ਜੋ ਕੁਝ ਵੀ ਹੈਗਾ ਇਹਦਾ ਕਾਰਨ ਹੈ। ਜੀ ਮਤਲਬ ਜੋ ਕੁਝ ਹੈਗਾ ਆ, ਮਤਲਬ ਜੇ ਕੋਈ ਅਮੀਰ ਆ ਜਾਂ ਕੋਈ ਗਰੀਬ ਆ ਜਾਂ ਅਨਪੜ੍ਹ ਆ ਜਾਂ ਕਿਸੇ ਦੇ ਤਨ ਤੇ ਕੱਪੜਾ ਨਹੀਂ ਜੀ ਜਾਂ ਬੱਚੇ ਕਿਉਂ ਜਲਦੀ ਮਰ ਰਹੇ ਆ, ਜੀ ਉਹਨੇ ਕਿਹਾ ਵੀ ਹਰੇਕ ਚੀਜ਼ ਦਾ ਕਾਰਨ ਆ। ਜੀ ਜਾਣੀ ਮਤਲਬ ਉੱਦਾਂ ਨਹੀਂ ਜਾਣੀ, ਜੀ ਜਾਣੀ ਇਹ ਕਹਿਣਾ ਵੀ ਤੁਹਾਨੂੰ ਤੁਸੀਂ ਆ ਵੀ ਪਿਛਲੇ ਜਨਮ 'ਚ ਕੰਮ ਮਾੜੇ ਕੀਤੇ ਆ ਜੀ ਜਾਂ ਤੁਹਾਡੀ ਕਿਸਮਤ ਆ, ਜੀ ਉਹਨੇ ਜਾਣੀ ਮਤਲਬ ਕਿਹਾ ਵੀ ਨਹੀਂ ਇਹਦਾ ਕਾਰਨ ਆ। ਜੀ
ਇਹ ਜਾਣੀ ਦੂਸਰਾ ਮਤਲਬ ਹੈ ਜਿਹੜਾ- ਜਿਹੜਾ ਨੋਬਲ ਟਰੁੱਥ ਹੈ। ਹਾਂ। ਅੱਛਾ, ਤੀਸਰਾ ਅਤੇ ਚੌਥਾ ਹਾਂਜੀ, ਨੋਬਲ ਟਰੂਥ ਬਾਰੇ ਉਹ ਕਿਵੇਂ ਅੱਗੇ ਵਧੇ? ਹੁਣ ਉਹ ਇਦਾਂ ਹੈਗੀ ਆ ਵੀ ਜਿਸ ਵੇਲੇ ਉਹਨਾਂ ਨੂੰ ਇਹ ਉਹਨੇ ਦੱਸਿਆ ਵੀ ਜੋ ਕੁਝ ਹੈਗੀ ਆ ਗਰੀਬੀ, ਗੁਲਾਮੀ, ਅਨਪੜ੍ਹਤਾ, ਅਨਹੈਪੀਨੈਸ, ਵੀ ਇਹਦਾ ਕੋਈ ਨਾ ਕੋਈ ਕਾਰਨ ਆ। ਜੀ। ਫਿਰ ਉਹ ਜਿਹੜਾ ਮਤਲਬ ਤੀਜਾ ਹੈਗਾ ਵੀ ਇਹਦਾ ਨਿਵਾਰਣ ਕਿੱਦਾਂ, ਹਾਂ, ਜੀ। ਜਿਹੜੀ ਕੋਈ ਘਟਨਾ ਕਾਰਨ ਹੈ, ਦਾ ਹਾਂ, ਨਿਵਾਰਨ ਹਾਂ, ਵੀ ਆ। ਪਰ ਉਹ ਜਿਹੜੇ ਵੈਦਿਕ ਰਿਸ਼ੀ ਸੀ ਉਹ ਕਹਿੰਦੇ ਸੀਗੇ ਵੀ ਮਤਲਬ ਉਹ ਦਜੋਰ ਦੇ ਕੇ ਕਹਿੰਦੇ ਸੀ ਵੀ ਇਹ ਤਾਂ ਸਾਰਾ ਜਨਮ ਇਦਾਂ ਹੀ ਰਹਿਣਾ, ਜੀ। ਵੀ ਜਿਹੜਾ ਅਗਲਾ ਜਨਮ ਹੋਊਗਾ ਜੀ। ਫਿਰ ਹੋਊਗਾ, ਉਹਦੇ ਚੇਂਜ ਹਾਂ, ਵੀ ਇਹ ਤਾਂ ਕਰਨਾ ਹੀ ਜੀ। ਨਹੀਂ। ਪਰ ਉਹਨੇ ਇਸ ਚੀਜ਼ ਨੂੰ ਰੱਦ ਕੀਤਾ। ਜੀ। ਉਹਨੇ ਕਿਹਾ ਵੀ ਨਹੀਂ ਨਹੀਂ, ਇਹ ਬਿਲਕੁਲ ਗਲਤ ਆ, ਵੀ ਇਹਦਾ ਸਮਾਧਾਨ ਆ, ਜਾਣੀ ਇਹਦਾ ਹੱਲ ਆ। ਜੀ। ਪਰ ਉਹਨੇ ਨਾਲ ਇਹ ਦੱਸਿਆ ਵੀ ਜਿਹੜਾ ਕੁਝ ਤਾਂ ਹੁਣ ਤੁਸੀਂ ਦੇਖੋ ਵੀ ਜੇ ਬੰਦਾ ਬਿਮਾਰ ਹੁੰਦਾ, ਜੀ। ਜੇ ਪਹਿਲਾਂ ਤਾਂ ਵੱਡੀ ਗੱਲ ਆ ਵੀ ਜੇ ਇਹਨੂੰ ਪੂਰੀ ਖੁਰਾਕ ਹੀ ਨਹੀਂ ਮਿਲਣੀ ਜੀ। ਤਾਂ ਉਹਦੀ ਤਾਂ ਸਿਹਤ ਉਦਾਂ ਹੀ ਹੋਣੀ ਹੈ, ਬਿਲਕੁਲ। ਫਿਰ ਉਹਦੀ ਦੇਖਭਾਲ ਨਹੀਂ ਹੋਣੀ। ਜੀ। ਫਿਰ ਉਹਨੇ ਸਾਰਾ ਹੀ ਦੱਸਿਆ ਵੀ ਇਹਦਾ ਜਿਹੜਾ ਹੱਲ ਹੈ। ਜੀ। ਬਾਕੀ ਤਾਂ ਉਹਨੇ ਜਿਹੜੀ ਆਪਣੀ ਸਿਹਤ ਨੂੰ ਕਿੱਦਾਂ ਠੀਕ ਰੱਖਣਾ, ਜੀ। ਇਹ ਤਾਂ ਬੰਦੇ ਦੇ ਆਪਣੇ ਵੀ ਬਸ ਹੈ। ਜੀ। ਕਿਉਂਕਿ ਹੁਣ ਤੁਸੀਂ ਦੇਖ ਲਓ ਖੁਦ ਉਹ ਖਿਡਾਰੀ ਵੀ ਸੀਗੇ, ਜੀ। ਵਕਤ ਸਿਰ ਉੱਠਦੇ ਸੀ, ਉਹਨਾਂ ਨੂੰ ਪਤਾ ਸੀ ਵੀ ਖਾਣਾ ਕਿੱਦਾਂ ਆ, ਜੀ। ਇਹ ਸਾਰਾ ਉਹ ਕਰਦੇ ਸੀ। ਜੀ। ਫਿਰ ਉਹ ਹੁਣ ਉਹ ਇਹਦੇ ਵਿੱਚ ਉਹ ਜਿਹੜਾ ਹੈਗਾ ਤੀਜਾ, ਉਹਦੇ ਵਿੱਚ ਉਹਨੇ ਕਿਹਾ ਵੀ ਇਹਦਾ ਹੱਲ ਵੀ ਆ, ਪਰ ਜਿਹੜੇ ਕੁਝ ਜਿਹੜੇ ਹੱਲ ਆ, ਜੀ। ਉਹ ਜਿਹੜੇ ਵੈਦਿਕ ਰਿਸ਼ੀ ਇਹ ਕਹਿੰਦੇ ਸੀਗੇ ਵੀ ਜੋ ਕੁਝ ਇੱਥੇ ਜਿੱਦਾਂ ਭੁਚਾਲ ਆਉਂਦੇ ਆ, ਜੀ। ਹੜ੍ਹ ਆਉਂਦੇ ਆ, ਜੀ। ਉਹ ਵੀ ਉਹ ਕਹਿੰਦੇ ਵੀ ਇਹ ਕੋਈ ਗੈਬੀ ਤਾਕਤ ਕਰਦੀ ਹੈ, ਜੀ। ਇਹ ਸਜ਼ਾ ਦਿੰਦੀ ਹੈ। ਜੀ। ਹੁਣ ਉਹ ਤੁਸੀਂ ਦੇਖੋ ਵੀ ਇਹ ਤਾਂ ਬਿਲਕੁਲ ਗਲਤ ਹੈ। ਜੀ। ਹੁਣ ਜੇ ਕੋਈ ਬੰਦਾ ਬਿਮਾਰ ਹੁੰਦਾ, ਜੇ ਉਹਦਾ ਤੁਸੀਂ ਇਲਾਜ ਹੀ ਨਹੀਂ ਕਰਾਉਣਾ, ਉਹਨੂੰ ਤਾਂ ਜਲਦੀ ਮਰ ਜਾਣਾ। ਜੀ। ਉਹਦੇ ਵਿੱਚ ਵੀ ਉਹਨੇ ਤੀਜੇ ਦੇ ਵਿੱਚ ਇਹ ਕਿਹਾ ਵੀ ਜਿਹੜੀ ਮੌਤ ਨੂੰ ਨਹੀਂ ਰੋਕਿਆ ਜਾ ਸਕਦਾ, ਜੀ। ਪਰ ਇਦਾਂ ਹੈਗੀ ਆ ਜਿੱਦਾਂ ਹੁਣ ਤੁਸੀਂ ਦੇਖੋ ਵੀ ਕੋਈ ਬੰਦਾ 100 ਸਾਲ ਜੀਂਦਾ, ਜੀ। ਕੋਈ ਬੱਚੇ ਜਲਦੀ ਜੇ ਦੇਖਭਾਲ ਨਹੀਂ ਮਰ ਜਾਂਦੇ ਆ। ਜੀ। ਜੀ। ਉਹਨੇ ਮੌਤ ਬਾਰੇ ਕਿਹਾ ਵੀ ਮੌਤ ਜਿਹੜੀ ਆ ਉਹ ਟਲ ਹੈ, ਜੀ। ਕੁਦਰਤੀ ਹੈ। ਜੀ। ਇਹ ਤੀਜਾ ਜਾਣੀ ਮਤਲਬ ਹੈਗਾ। ਜੀ। ਪਰ ਇਹਦੇ ਵਿੱਚ ਉਹ ਦੱਸਦੇ ਵੀ ਜਿਹੜਾ ਤੁਸੀਂ ਨਾ ਇਹਦਾ ਸਮਾਧਾਨ ਕਰਨਾ, ਇਲਾਜ ਕਰਨਾ, ਉਹ ਅਸ਼ਟਮਾਰਗ ਹੈ, ਜੀ। ਜਾਣੀ ਉਹ ਵਿਧੀ ਆ, ਜਾਣੀ ਜੀ। ਜਿਹੜਾ ਮਤਲਬ 8-fold ਪਾਥ ਆ, ਜੀ। ਵੀ ਉਹਨੂੰ ਜੇ ਆਪਾਂ ਜੀਵਨ ਚ ਅਮਲ ਚ ਲਿਆਵਾਂਗੇ, ਉਧਰ ਨੂੰ ਵੀ ਆਵਾਂਗੇ। ਹਾਂ ਹਾਂ ਪਹਿਲਾਂ ਹਾਂ, ਆਪਾਂ ਉਹ ਤੀਜੇ ਜਾਣੀ ਤੋਂ ਚੌਥੇ ਦੀ ਗੱਲ ਇਹ ਕਰਦੇ ਚੌਥਾ ਇਹ ਆ, ਜਾਣੀ ਜੀ। ਉਹ ਜੋ ਉਹਨੂੰ ਜਾਣੀ ਮਤਲਬ ਅਮਲ ਦੇ ਵਿੱਚ ਲਿਆਉਣ ਦੀ ਵਿਧੀ ਆ। ਜੀ। ਹਾਂ, ਅੱਛਾ, ਉਹਨਾਂ ਨੇ ਗਿਆਨ ਪ੍ਰਾਪਤੀ ਯਾਨੀ ਇਨਲਾਈਟਨਮੈਂਟ ਹਾਂਜੀ। ਕਿਵੇਂ 8-fold ਪਾਥ ਰਾਹੀਂ ਬਿਆਨ ਕੀਤਾ, ਇਹਦਾ ਵਰਣਨ ਕਰੋ। ਜਿਹੜੇ ਤੁਸੀਂ 8-fold ਪਾਥ ਦੀ ਗੱਲ ਨਹੀਂ ਕਰਦੇ ਉਹ ਆ, ਦੇਖੋ, ਇਹਦਾ ਵਰਣਨ ਕਰੋ ਦੇਖੋ ਥੋੜ੍ਹਾ ਜਿਹਾ। ਜਿਸ ਵੇਲੇ ਉਹ 28 ਸਾਲ ਦੀ ਉਮਰ ਦੇ ਵਿੱਚ ਘਰੋਂ ਆਏ ਸੀ, ਜੀ। ਉਸ ਵੇਲੇ ਦੇ ਜਿਹੜੇ ਮੰਨੇ ਹੋਏ ਸਕਾਲਰ ਸੀਗੇ, ਜੀ। ਉਹਨਾਂ ਨਾਲ ਉਹਨੇ ਸੰਵਾਦ ਕੀਤਾ, ਜੀ। ਕਿਉਂਕਿ ਉਹ ਸਾਰੇ ਦੇ ਸਾਰੇ ਵੈਦਿਕ ਧਰਮ ਨੂੰ ਮੰਨਦੇ ਸੀ। ਜੀ। ਉਹ ਜੋ ਕੋਈ ਰਿਗਵੇਦ ਚ ਲਿਖਿਆ ਹੈ ਨਾ, ਜੀ। ਬਈ ਜੀ ਜਿਹੜੇ ਬ੍ਰਾਹਮਣ ਆ ਉਹ ਮੂੰਹ ਚੋਂ ਪੈਦਾ ਹੋਏ ਆ, ਜੀ। ਬਾਕੀ ਸ਼ੂਦਰ ਪੈਰਾਂ ਚੋਂ ਪੈਦਾ ਹੋਏ, ਸਾਰਾ ਕੁਝ। ਜੀ। ਹੁਣ ਤੁਸੀਂ ਦੇਖੋ ਇਹ ਤਾਂ ਗੱਲ ਉਹਨਾਂ ਨੂੰ ਜੱਜਦੀ ਨਹੀਂ ਸੀ। ਜੀ। ਫਿਰ ਉਹ ਬਹੁਤ ਜਾਣੀ ਉਹ ਸਕਾਲਰਾਂ ਨੂੰ ਮਿਲੇ, ਜੀ। ਉਹ ਮਿਲਦੇ ਜਾਂ ਜਿਸ ਵੇਲੇ ਗਏ ਸੀ ਤਾਂ ਫਿਰ ਉਹ ਬਾਕੀ ਉਹਨਾਂ ਨਾਲੋਂ ਸੋਚ ਅਲੱਗ ਹੋ ਗਈ। ਜੀ। ਉਹ ਜਾਣੀ ਮਤਲਬ ਹੈ ਜਿਹੜਾ ਬੰਦਾ ਖੋਜ ਦੀ ਤਲਾਸ਼ ਚੱਲਦਾ ਉਹਨੂੰ ਫਿਰ ਬੋਧਿਸਤਵ ਕਿਹਾ ਜਾਂਦਾ, ਜੀ। ਵੀ ਇਹ ਕੁਝ ਜਾਣਨਾ ਚਾਹੁੰਦਾ। ਜੀ। ਉਹ ਫਿਰ ਜਿਸ ਵੇਲੇ ਉਹਨੀ ਸਾਧਨਾ ਉਹ ਕਰਦੇ ਸੀਗੇ, ਉਹ ਫਿਰ ਜਾਣੀ ਮਤਲਬ ਜਿਸ ਤਰ੍ਹਾਂ ਹੈਗੀ ਆ ਵੀ ਉਹ ਲੜੀਵਾਰ ਜੇ ਆਪਾਂ ਦੱਸਦੇ ਆ, ਜਿੱਦਾਂ ਉਹਨਾਂ ਨੂੰ ਪਤਾ ਲੱਗਾ, ਜੀ। ਪਹਿਲਾਂ ਤਾਂ ਉਹ ਰਾਈਟ ਅੰਡਰਸਟੈਂਡਿੰਗ ਹੈ। ਜੀ। ਇਹ ਮੈਂ ਤੁਹਾਡੇ ਕੋਲੋਂ ਇਸ ਤਰੀਕੇ ਨਾਲ ਜਾਣਨਾ ਚਾਹੁੰਦਾ, ਕਿਉਂਕਿ ਇਹ ਜਿਹੜੇ 8-fold ਪਾਥ ਹੈਗੇ ਆ ਨਾ, ਇਹਨਾਂ ਨੂੰ ਜੇ ਅਸੀਂ ਇੱਕ ਇੱਕ ਕਰਕੇ ਐਕਸਪਲੇਨ ਕਰਾਂਗੇ, ਜਿਹੜੇ ਸਾਡੇ ਦਰਸ਼ਕ ਆ ਉਹਨਾਂ ਨੂੰ ਚੰਗੀ ਤਰ੍ਹਾਂ ਇਹਦਾ ਪਤਾ ਲੱਗੂਗਾ। ਨਹੀਂ, ਉਹ ਦੇਖੋ, ਇਹ ਮੈਂ 8 ਹੀ ਲਿਖੋਏ ਆ, ਉਹ ਮੈਂ ਕੱਲਾ ਕੱਲਾ ਕਰਕੇ ਤੁਹਾਡੇ ਕੋਲੋਂ ਨਹੀਂ, ਪੁੱਛਦਾ, ਜੇ ਤੁਸੀਂ ਉਹ ਕੱਲੇ ਕੱਲੇ ਨੂੰ ਐਕਸਪਲੇਨ ਨਹੀਂ, ਕਰੋਗੇ। ਉਹ ਦੇਖੋ ਪਹਿਲਾਂ ਕਰਨ ਤੋਂ ਪਹਿਲਾਂ ਉਹਨਾਂ ਨੂੰ ਇਹ ਕਿੱਦਾਂ ਪਤਾ ਲੱਗਾ। ਜੀ। ਕਿਉਂਕਿ ਹੁਣ ਤੁਸੀਂ ਦੇਖੋ ਵੀ ਜਿਸ ਵੇਲੇ ਕੋਈ ਥਿਉਰੀ ਆਉਂਦੀ ਆ, ਜੀ। ਉਹ ਜਿਹੜਾ ਬੰਦਾ ਖੋਜ ਕਰਦਾ ਪਹਿਲੇ ਤਾਂ ਉਹਨੂੰ ਹੀ ਪਤਾ ਲੱਗਦਾ। ਜੀ। ਹੁਣ ਉਹ ਜਿਸ ਵੇਲੇ ਉਹ ਸਾਧਨਾ ਕਰਦੇ ਸੀ, ਜੀ। ਉਹ ਪਹਿਲਾਂ ਸਾਰਨਾਥ ਵੀ ਗਏ ਸੀ, ਜੀ। ਹੋਰ ਜਗ੍ਹਾ ਵੀ ਗਏ। ਜੀ। ਜਿੱਥੇ ਜਿੱਥੇ ਗਏ ਉਹ ਜਿਹੜੇ ਆਪਣੇ ਆਪ ਨੂੰ ਵਿਦਵਾਨ ਮੰਨਦੇ ਸੀ, ਜੀ। ਉਹ ਉਹਨਾਂ ਨਾਲ ਉਹ ਗੱਲ ਕਰਦੇ ਸੀਗੇ। ਠੀਕ ਹੈ।
ਪਰ ਉਹ ਜਿਹੜਾ ਪਹਿਲਾ ਪੜਾਅ ਸੀ ਉਹਨਾਂ ਦਾ ਉਹ ਰਾਈਟ ਅੰਡਰਸਟੈਂਡਿੰਗ ਸੀ। ਜੀ ਉਹ ਜਾਣੀ ਉਹਨੇ ਕਿਹਾ ਵੀ ਜੇ ਤੁਸੀਂ ਰਾਈਟ ਅੰਡਰਸਟੈਂਡਿੰਗ ਆ ਫਿਰ ਤੁਸੀਂ ਇਸ ਮਾਰਗ ਤੇ ਚੱਲ ਪਏ ਆ। ਜੀ ਇਹ ਇੱਕ ਜਾਣੀ ਜੀਵਨ ਮਾਰਗ ਹੈ। ਜੀ ਫਿਰ ਆ ਰਾਈਟ ਥਾਟ। ਜੀ ਨਹੀਂ ਮੈਂ ਤੁਹਾਨੂੰ ਇਹ ਦੱਸਦਾ ਵੀ ਪਹਿਲਾਂ ਜਦ ਉਹਨਾਂ ਨੂੰ ਕਿੱਦਾਂ ਪਤਾ ਹੋਇਆ। ਠੀਕ ਹੈ ਚਲੋ ਤੁਸੀਂ ਕਰੋ ਐਕਸਪਲੇਨ। ਰਾਈਟ ਸਪੀਚ, ਰਾਈਟ ਐਕਸ਼ਨ, ਰਾਈਟ ਐਫਰਟ, ਜੀ ਰਾਈਟ ਲਾਈਵਲੀਹੁੱਡ, ਜੀ ਰਾਈਟ ਮਾਈਂਡਫੁਲਨੈਸ, ਜੀ ਰਾਈਟ ਕੰਸੈਂਟਰੇਸ਼ਨ। ਜੀ ਕਿਉਂਕਿ ਜਿਸ ਵੇਲੇ ਉਹ ਚੌਂਕ ਦੇ ਚਲੇ ਗਏ ਸੀਗੇ ਤਾਂ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਮੈਂ ਸਹੀ ਮਾਰਗ ਤੇ ਜਾ ਰਿਹਾ। ਜੀ ਯਾਨੀ ਇੱਕਦਮ ਨਹੀਂ, ਜਦੋਂ ਠੀਕ ਹੈ। ਸਾਧਨਾ ਕਰਦੇ ਸੀਗੇ ਜੀ ਕਿਉਂਕਿ ਪਹਿਲਾਂ ਤਾਂ ਉਹਨੇ ਮਤਲਬ ਬਹੁਤ ਦੇਰ ਵਰਤ ਵੀ ਰੱਖੇ, ਜੀ ਉਹਨਾਂ ਦਾ ਸਰੀਰ ਵੀ ਬਹੁਤ ਕਮਜ਼ੋਰ ਹੋ ਗਿਆ ਸੀ। ਜੀ ਤਾਂ ਫਿਰ ਜਾਣੀ ਮਤਲਬ ਜਦੋਂ ਪਹੁੰਚੇ ਤਾਂ ਜਾਣੀ ਜਿਸ ਵੇਲੇ ਉਹ ਜਿਹੜੇ ਅਖੀਰ ਦੋ ਹੈਗੇ ਆ ਰਾਈਟ ਮਾਈਂਡਫੁਲਨੈਸ, ਜੀ ਕਿਉਂਕਿ ਜਦੋਂ ਉਹ ਇੱਥੇ ਪਹੁੰਚੇ ਤਾਂ ਫਿਰ ਉਹ ਨਹੀਂ ਦੱਸਦੇ ਆ ਵੀ ਮੈਂ ਆਪਣੀ ਮੰਜ਼ਿਲ ਤੇ ਲੱਗਾ ਜਾਣ। ਜੀ ਕਿਉਂਕਿ ਉਹਨਾਂ ਨੂੰ ਆ ਕੇ ਜਿਹੜੇ ਪੁੱਛਦੇ ਸੀ ਜੀ ਉਹਨੇ ਕਿਹਾ ਵੀ ਮੇਰਾ ਮਨ ਜਿਹੜਾ ਆ, ਕਿਉਂਕਿ ਫਿਰ ਜਿੱਦਾਂ ਹੁਣ ਪਹਿਲਾਂ ਬੋਧੀਸਤਵ ਵੀ, ਜੀ ਫਿਰ ਉਹ ਜਾਣੀ ਉਹਨੇ ਬੁੱਧ ਬਣਨਾ ਸੀ, ਜੀ ਫਿਰ ਫੁਲੀ ਇਨਲਾਈਟਨਡ ਬਣਨਾ ਸੀ। ਜੀ ਉਹ ਜਿਹੜਾ ਰਾਈਟ ਮਾਈਂਡਫੁਲਨੈਸ ਸੀ ਉਹ ਤਦ ਤੁਸੀਂ ਉਸ ਸਟੇਜ ਤੇ ਪਹੁੰਚਦੇ ਆ ਜੇ ਤੁਸੀਂ ਨਸ਼ੇ ਨਹੀਂ ਕਰਦੇ। ਜੀ ਜਿਹੜਾ ਬੰਦਾ ਨਸ਼ੇ ਕਰਦਾ ਉੱਥੇ ਜਾ ਹੀ ਨਹੀਂ ਸਕਦਾ। ਠੀਕ ਹਾਂ, ਫਿਰ ਉਹ ਜਿਹੜਾ ਆਖਰਾ ਫਿਰ ਜਿਹੜਾ ਤੁਸੀਂ ਰਾਈਟ ਮਾਈਂਡਫੁਲਨੈਸ ਤੇ ਆ ਗਏ ਫਿਰ ਤੁਹਾਡੀ ਇਕਾਗਰਤਾ ਚਾਹੀਦੀ ਹੈ। ਜੀ ਉਹ ਜਦ ਉਹਨਾਂ ਦੇ ਉਹ ਆ ਗਈ। ਜੀ ਹੁਣ ਉਹ ਤੁਸੀਂ ਦੇਖੋ ਵੀ ਉਹ ਗਿਆ ਚ ਕਰਦੇ ਸੀ। ਜੀ ਜਿੱਦਣ ਉਹਨੇ ਕਿਹਾ ਵੀ ਮੈਨੂੰ ਹੁਣ ਲੱਗ ਗਿਆ ਪਤਾ, ਜੀ ਜਾਣੀ ਉਦੋਂ ਫਿਰ ਐਨਲਾਈਟਨਡ ਐਂਡ ਫੁਲੀ ਇਨਲਾਈਟਨਡ ਜੀ ਉਹ ਬਣੇ ਜਾਣੀ। ਜੀ ਪਰ ਹੁਣ ਜਦ ਉਹਨਾਂ ਨੂੰ ਪਤਾ ਲੱਗ ਗਿਆ ਜੀ ਫਿਰ ਉਹ ਜਾਣੀ ਮਤਲਬ ਕਿਉਂਕਿ ਸੁਜਾਤਾ ਨੂੰ ਉਹਨੂੰ ਖਾਣਾ ਦਿੱਤਾ ਸੀ ਜੀ ਤੇ ਉਹ ਜਾਣੀ ਉੱਠੇ ਜਾਣ। ਜੀ ਉਹਨੇ ਕਿਹਾ ਵੀ ਮੈਂ ਹੁਣ ਜਦ ਪਹਿਲਾਂ ਬੜੀ ਤਾਂ ਗੱਲ ਆ ਵੀ ਜਦ ਉਹਨਾਂ ਨੂੰ ਇਹ ਪਤਾ ਲੱਗ ਗਿਆ ਤਾਂ ਫਿਰ ਉਹਨਾਂ ਲਈ ਸਮੱਸਿਆ ਆਈ। ਜੀ ਉਹਨੇ ਕਿਹਾ ਵੀ ਮੈਨੂੰ ਤਾਂ ਪਤਾ ਲੱਗ ਗਿਆ ਜੀ ਵੀ ਇਹਦਾ ਫਾਇਦਾ ਤਾਂ ਤਾਦਿਆ ਵੀ ਬਾਕੀ ਲੋਕਾਂ ਨੂੰ ਕਿੱਦਾਂ। ਸਮਾਜ ਨੂੰ ਪਤਾ ਲੱਗੇ। ਹਾਂ ਉਹ ਫਿਰ ਜਿਹੜਾ ਇਕੱਲੇ ਤੁਸੀਂ ਗੱਲ ਕਰਦੇ ਆ ਜੀ ਉਹਨੇ ਪਹਿਲਾਂ ਤਾਂ ਉਹਨਾਂ ਨੂੰ ਸਮੱਸਿਆ ਆਈ ਵੀ ਮੈਂ ਇਹ ਜਿਹੜਾ ਇੰਦਾ ਲੋਕਾਂ ਨੂੰ ਦੱਸਾਂ ਕਿੱਦਾਂ। ਜੀ ਜਾਣੀ ਉਹਨੇ ਫਿਰ ਜਿਸ ਵੇਲੇ ਉਹਨੇ ਕਿਹਾ ਵੀ ਮੈਂ ਹੁਣ ਪਹਿਲਾਂ ਥੋੜੀ ਦੇਰ ਪਹਿਲਾਂ ਹੀ ਉਹ ਸਾਰਨਾਥ ਤੋਂ ਗਏ ਸੀ। ਜੀ ਉੱਥੇ ਉਹ ਪੰਜ ਜਿਹੜੇ ਵਿਦਵਾਨ ਸੀ ਉਹਨਾਂ ਨੂੰ ਜਿਹੜੇ ਮਿਲ ਉਹਨਾਂ ਕੇ ਦੇ ਨਾਲ ਪਹਿਲਾਂ ਸੀਗੇ। ਹਾਂ, ਹਾਂ। ਜੀ ਉਹਨੇ ਕਿਹਾ ਵੀ ਪਹਿਲਾਂ ਮੈਂ ਉਹਨਾਂ ਕੋਲ ਜਾਣਾ। ਜੀ ਫਿਰ ਜਾਣੀ ਉਹਨੇ ਸੰਕਲਪ ਕਰ ਲਿਆ ਵੀ ਇਹ ਜਿਹੜਾ ਜੋ ਕੁਝ ਮੈਨੂੰ ਇਹ ਗਿਆਨ ਪ੍ਰਾਪਤ ਹੋਇਆ ਇਹ ਅਜਾਈ ਨਹੀਂ ਜਾਣਾ ਚਾਹੀਦਾ, ਜੀ ਇਹ ਸਾਰੇ ਸਮਾਜ ਕੋ ਜਾਣਾ ਚਾਹੀਦਾ। ਇਸੇ ਕਰਕੇ ਉਹਨਾਂ ਨੇ ਪਹਿਲਾਂ ਸਾਰਨਾਥ ਤੋਂ ਹੀ ਸ਼ੁਰੂ ਕੀਤਾ। ਨਹੀਂ ਉਹ ਜਦੋਂ ਫਿਰ ਉਹਨੇ ਕਿਹਾ ਵੀ ਮੈਂ ਸਾਰਨਾਥ ਜਾਣਾ। ਜੀ ਜਾਣੀ ਉਹ ਪਹਿਲਾਂ ਤਾਂ ਬੜੀ ਗੱਲ ਆ ਵੀ ਜਿਹੜਾ ਗਿਆ ਸੀ ਜੀ ਜਦ ਉਹਨਾਂ ਨੂੰ ਗਿਆਨ ਪ੍ਰਾਪਤ ਹੋ ਗਿਆ ਤਾਂ ਉਹਦਾ ਨਾਂ ਹੀ ਬਦਲ ਗਿਆ, ਉਹ ਬੋਧ ਗਿਆ ਬਹੁਤ ਬਣ ਗਿਆ ਬਣ ਗਿਆ। ਹਾਂ। ਜੀ ਫਿਰ ਉਹ ਦਰਖਤ ਦੇ ਥੱਲੇ ਜੀ ਜਿੱਦਾਂ ਤੁਸੀਂ ਪਹਿਲਾਂ ਵੀ ਦੱਸਿਆ ਵੀ ਦੇਖੋ ਕਿੰਨਾ ਉਹਨਾਂ ਦਾ ਹੈਗਾ ਆ ਵੀ ਇਹ ਜਿਹੜੀ ਪੂਰਨਮਾ ਹੀ ਜਾਣੀ ਪਹਿਲਾਂ ਸੀ। ਜਾਣੀ ਕਿ ਜਿਸ ਤਰ੍ਹਾਂ ਪਹਿਲਾਂ ਮੈਂ ਦੱਸਿਆ ਉਹਨੂੰ ਮੈਂ ਕਲੀਅਰ ਵੀ ਕਰ ਦਿੰਦਾ ਹਾਂ। ਕਿਉਂਕਿ ਤਥਾਗਤ ਬੁੱਧ ਦਾ ਜਨਮ ਵੀ ਦਰਖਤ ਥੱਲੇ ਹੋਇਆ, ਹਾਂ, ਹਾਂ। ਉਹਨਾਂ ਨੂੰ ਗਿਆਨ ਵੀ ਦਰਖਤ ਥੱਲੇ ਹੋਇਆ ਔਰ ਉਹਨਾਂ ਦਾ ਮਹਾਪਰਿਨਿਰਵਾਣ ਵੀ ਹਾਂ, ਦਰਖਤ ਥੱਲੇ ਹਾਂ, ਹੋਇਆ। ਪਰ ਫਿਰ ਸੀਗੀ ਵੀ ਪੂਰਨਮਾ। ਜੀ ਉਹੀ ਹੋ ਨਾ। ਹਾਂ, ਕਿਉਂਕਿ ਉਹ ਜਿਹੜਾ ਫੁੱਲ ਮੂਨ ਸੀ। ਜੀ ਅੱਛਾ ਫਿਰ ਉਹ ਜਾਣੀ ਜਿਸ ਵੇਲੇ ਉਹ ਮਤਲਬ ਉੱਥੋਂ ਬੋਧ ਗਿਆ ਤੋਂ ਆਏ ਸਾਰਨਾਥ, ਜੀ ਕਿਉਂਕਿ ਹੁਣ ਤੁਸੀਂ ਦੇਖੋ ਵੀ ਪਲੇਸਾਂ ਦੀ ਵੀ ਇੰਪੋਰਟੈਂਸ ਨਾਲ ਹੀ ਵੱਧਦੀ ਜਾਂਦੀ ਹੈ। ਜੀ ਲੁੰਬਨੀ ਤੋਂ ਬਾਅਦ ਬੋਧ ਗਿਆ, ਜੀ ਫਿਰ ਉਹ ਜਿਸ ਵੇਲੇ ਉਹ ਸਾਰਨਾਥ ਆਏ ਜੀ ਉੱਥੇ ਹੀ ਉਹਨਾਂ ਪੰਜ ਜਿਹੜੇ ਮਿਲ ਕੇ ਗਏ ਸੀ ਉਹਨੇ ਕਿਹਾ ਵੀ ਮੈਨੂੰ ਗਿਆਨ ਪ੍ਰਾਪਤ ਹੋ ਗਿਆ। ਜੀ ਉਹ ਫਿਰ ਉਹਨਾਂ ਨੂੰ ਦੱਸਣਾ ਸੀ ਜੀ ਕਿਉਂਕਿ ਉਹਨੇ ਕਿਹਾ ਵੀ ਫਿਰ ਸਾਨੂੰ ਐਕਸਪਲੇਨ ਕਰ, ਜੀ ਕਿਉਂਕਿ ਹੁਣ ਤੁਹਾਨੂੰ ਪਤਾ ਵੀ ਉਹ ਜਿਹੜੇ 8-fold ਪਾਥ ਆ ਉਹਨਾਂ ਨੂੰ ਦੱਸਿਆ। ਜੀ ਹੁਣ ਉਹ ਤੁਸੀਂ ਦੇਖੋ ਵੀ ਉਹ ਜਿਹੜਾ ਕੱਲਾ ਆ ਜੀ ਉਹਦਾ ਮਹੱਤਵ ਆ। ਜੀ ਇਸੇ ਕਰਕੇ ਮੈਂ ਕੱਲਾ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਵੀ ਤਾਂ ਕਿ ਸਾਡੇ ਦਰਸ਼ਕਾਂ ਨੂੰ ਪਤਾ ਲੱਗੇ ਵੀ ਉਹ ਜਿਹੜੇ 8 ਨੋਬਲ ਪਾਥ ਹੈਗੇ ਆ ਉਹ ਕੀ ਆ, ਉਹ ਮੈਂ ਹੁਣ ਤੁਹਾਡੇ ਕੋਲੋਂ ਕੱਲਾ ਜਾਣਨਾ ਨਹੀਂ ਚਾਹੁੰਦਾ। ਹੁਣ ਉਹ ਦੇਖੋ ਵੀ ਜਿਹੜਾ ਜਦ ਇਹ ਇੱਕ ਵਿਸ਼ਾਲ ਗਿਆਨ ਹੈ। ਜੀ ਇਹ ਜਾਣੀ ਇਹ ਜੀਵਨ ਮਾਰਗ ਆ। ਜੀ ਜਿੱਦਾਂ ਹੁਣ ਰਾਈਟ ਅੰਡਰਸਟੈਂਡਿੰਗ ਹੈ। ਜੀ ਪਹਿਲਾਂ ਤਾਂ ਬੜੀ ਗੱਲ ਆ ਵੀ ਹਰੇਕ ਬੰਦਾ ਇਹ ਦੇਖਦਾ ਵੀ ਮੈਂ ਆਪਣੀ ਸਿਹਤ ਕਿੱਦਾਂ ਠੀਕ ਕਰਨੀ ਹੈ, ਜੀ ਤੰਦਰੁਸਤ ਕਿੱਦਾਂ ਰਹਿਣਾ, ਜੀ ਵਿੱਦਿਆ ਕਿੱਦਾਂ ਹਾਸਲ ਕਰਨੀ ਹੈ, ਜੀ ਜੀਵਨ 'ਚ ਸਫਲ ਕਿੱਦਾਂ ਹੋਣਾ। ਜੀ ਜੇ ਤੁਸੀਂ ਕਿਸੇ ਵੀ ਫੀਲਡ 'ਚ ਜਾਣਾ, ਜੀ ਛੋਟੇ ਤੋਂ ਵੱਡਾ ਜਾਂ
ਜੇ ਤੁਹਾਨੂੰ ਉਹਦੇ ਬਾਰੇ ਰਾਈਟ ਅੰਡਰਸਟੈਂਡਿੰਗ ਨਹੀਂ ਜੀ ਤਾਂ ਤੁਸੀਂ ਸਫਲ ਨਹੀਂ ਹੋ ਸਕਦੇ। ਜੀ ਫਿਰ ਨਾਲ ਹੀ ਆ ਫਿਰ ਜਿਹੜਾ ਦੂਸਰਾ, ਫਿਰ ਤੁਹਾਡੇ ਵਿਚਾਰ ਵੀ ਤਦੇ ਬਣਦੇ। ਨਹੀਂ, ਉਹ ਫਿਰ ਉਹ ਮੈਂ ਤਦੇ ਹੀ ਕਹਿਣਾ ਨਾ ਵੀ ਅਗਰ ਕੱਲੇ ਕੱਲੇ ਨੂੰ ਮੈਂ ਤੁਹਾਡੇ ਕੋਲੋਂ ਪੁੱਛਾਂ, ਸਾਡੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਸਮਝਣ ਦੇ ਵਿੱਚ ਬਹੁਤ ਆਸਾਨੀ ਹੋ ਜਾਊਗੀ। ਹਾਂ, ਉਹ ਮੈਂ ਇਸੇ ਕਰਕੇ ਤੁਹਾਡੇ ਕੋਲੋਂ ਪੁੱਛਦਾ ਇਹ ਵੀ ਜਿਹੜਾ ਪਹਿਲਾ ਰਾਈਟ ਅੰਡਰਸਟੈਂਡਿੰਗ ਹੈਗਾ, ਜੇ ਇਹਨੂੰ ਪੰਜਾਬੀ ਦੇ ਵਿੱਚ ਕਹੀਏ ਸਹੀ ਹਾਂ। ਜਾਂ ਸੱਚੀ ਸਮਝ, ਹਾਂ ਬਿਲਕੁਲ ਠੀਕ ਹੈ। ਇਹਨੂੰ ਐਕਸਪਲੇਨ ਕਰੋ ਪਹਿਲਾਂ। ਇਹੀ ਹੈਗੀ ਆ ਵੀ ਜਦ ਕੋਈ ਵੀ ਵਿਅਕਤੀ ਆ, ਜਦ ਉਹਨੂੰ ਆਪਣੇ ਮਾਰਗ ਤੇ ਚੱਲਣਾ, ਜੀ ਜਦ ਉਹਨੂੰ ਉਹਦੇ ਬਾਰੇ ਸਹੀ ਸਮਝ ਲੱਗ ਗਈ ਆ, ਜੀ ਫਿਰ ਉਹਦੇ ਸਹੀ ਵਿਚਾਰ ਆ। ਜੀ ਜੇ ਤੁਹਾਨੂੰ ਸਮਝ ਆ, ਵਿਚਾਰ ਤਦੇ ਹੀ ਬਣਦੇ ਆ, ਬਿਲਕੁਲ ਰਾਈਟ ਥਾਟ। ਜੀ ਉਹੋ ਹੀ ਆ ਨਾ। ਫਿਰ ਜਿਹੜਾ ਸੈਕੰਡ ਆ ਉਹ ਹੈਗਾ ਰਾਈਟ ਥਾਟ, ਹਾਂ। ਜਾਨੀ ਕਿ ਸਹੀ ਜਾਂ ਸੱਚੇ ਵਿਚਾਰ। ਹਾਂ ਸੱਚੇ ਵਿੱਚ, ਹਾਂ ਠੀਕ ਹੈ। ਉਹ ਤੁਸੀਂ ਐਕਸਪਲੇਨ ਕਰ ਦਿੱਤਾ ਵੀ ਜੇ ਪਹਿਲਾਂ ਰਾਈਟ ਅੰਡਰਸਟੈਂਡਿੰਗ ਆ, ਫਿਰ ਹੀ ਰਾਈਟ ਥਾਟ ਤੁਹਾਡੇ ਵਿੱਚ ਆਏਗਾ। ਫਿਰ ਉਹ ਇਦਾਂ ਹੈਗੀ ਆ ਵੀ ਜਦੋਂ ਤੁਹਾਡੇ ਥਾਟ ਆ ਗਿਆ, ਫਿਰ ਤੁਸੀਂ ਲੋਕਾਂ ਨੂੰ ਦੱਸਣੇ ਆ। ਜੀ ਉਹ ਦੱਸਣ ਲਈ ਤਾਂ ਤੁਹਾਨੂੰ ਬੋਲਣਾ ਪੈਣਾ। ਬਿਲਕੁਲ। ਉਹ ਰਾਈਟ ਸਪੀਚ ਹੈ। ਹਾਂ, ਉਹ ਫਿਰ ਇਦੋਂ ਅੱਗੇ ਫਿਰ ਤੀਸਰਾ ਬਣ ਗਿਆ ਰਾਈਟ ਸਪੀਚ, ਸਹੀ ਜਾਂ ਸੱਚੀ ਬਾਣੀ ਜਾਂ ਬੋਲਚਾਲ, ਹੁਣ ਵਚਨ। ਉਹਦੇ ਵਿੱਚ ਵੀ ਦੇਖੋ, ਜੇ ਤੁਹਾਡੇ ਪਹਿਲੇ ਦੋ ਚੋਂ ਤੁਸੀਂ ਪਾਸ ਹੋ ਗਏ ਆ, ਦੱਸ ਦਿੱਤੇ ਆ, ਜੀ ਉਹ ਜੇ ਤੁਹਾਡਾ ਤਰੀਕਾ ਸਹੀ ਆ ਲੋਕਾਂ ਨੂੰ ਦੱਸਣ ਦਾ, ਵਿਚਾਰ ਜੇ ਤੁਹਾਡੇ ਸਹੀ ਬਾਣੀ ਆ, ਤਦੇ ਉਹਦਾ ਅਸਰ ਹੋਣਾ। ਜੀ ਅੱਛਾ, ਫਿਰ ਜਿਹੜਾ ਹੈਗਾ ਆ ਵੀ ਦੇਖੋ, ਜਦ ਤੁਸੀਂ ਲੋਕਾਂ ਨੂੰ ਦੱਸ ਦਿੱਤਾ, ਫਿਰ ਉਹ ਤੇ ਐਕਸ਼ਨ ਹੋਣਾ। ਜੀ ਉਹੋ ਹੀ ਆ ਨਾ ਫਿਰ ਅਗਲਾ ਰਾਈਟ ਐਕਸ਼ਨ, ਹਾਂ। ਜਾਨੀ ਕਿ ਸਹੀ ਸੱਚੀ ਕਾਰਵਾਈ। ਹਾਂ ਹਾਂ ਸੱਚ, ਉਹ ਜਿਹੜੀ ਕਾਰਵਾਈ ਸੱਚੀ ਬਹੁਤ ਜ਼ਰੂਰੀ ਹੈ। ਜੀ ਜੇ ਤੁਹਾਡਾ ਐਕਸ਼ਨ ਹੀ ਰੋਂਗ ਆ, ਜੀ ਫਿਰ ਉਹਦਾ ਰਿਜ਼ਲਟ ਵੀ ਰੋਂਗ ਹੀ ਆਉਣਾ। ਜੀ ਇਸ ਕਰਕੇ ਜਾਨੀ ਤੁਹਾਡਾ ਭਾਵੇਂ ਕੋਈ ਵੀ ਖੇਤਰ ਹੈ, ਜੀ ਜਾਨੀ ਭਾਵੇਂ ਤੁਹਾਡਾ ਕੋਈ ਵੀ ਖੇਤਰ ਹੈ, ਜਿਹੜਾ ਤੁਹਾਡਾ ਐਕਸ਼ਨ ਆ ਉਹ ਰਾਈਟ ਚਾਹੀਦਾ। ਜੀ ਹਾਂ ਅੱਛਾ, ਉਸ ਤੋਂ ਅੱਗੇ ਹੈਗਾ ਰਾਈਟ ਹਾਂ। ਐਫਰਟ, ਜਾਨੀ ਕਿ ਸਹੀ ਜਾਂ ਸੱਚੀ ਕੋਸ਼ਿਸ਼। ਹਾਂ ਯਤਨ, ਯਤਨ, ਹਾਂ, ਹਾਂ। ਕਿਉਂਕਿ ਉਹ ਬਹੁਤ ਜ਼ਰੂਰੀ ਹੈ। ਜੀ ਹੁਣ ਤੁਸੀਂ ਦੇਖੋ ਵੀ ਜੇ ਬੰਦੇ 'ਚ ਡਿਸਪਲਿਨ ਆ, ਜੀ ਹੁਣ ਤੁਸੀਂ ਦੇਖੋ ਵੀ ਜਿਹਨੇ ਬੰਦਿਆਂ ਨੇ ਕਾਮਯਾਬੀ ਕਰਨੀ ਆ, ਉਹਨਾਂ 'ਚ ਅਨੁਸ਼ਾਸਨ ਬਹੁਤ ਜ਼ਰੂਰੀ ਹੈ। ਜੀ ਜੇ ਤੁਸੀਂ ਮਤਲਬ ਪਹਿਲੇ ਸਾਰੇ ਕਰ ਲਏ ਆ, ਉਹ ਵੀ ਸਹੀ ਯਤਨ ਕਰੋਗੇ, ਜੀ। ਫਿਰ ਇਹ ਸਫਲਤਾ ਹੋਣੀ ਹੈ। ਜੀ ਜਿੱਦਾਂ ਹੁਣ ਜੇ ਤੁਸੀਂ ਮਤਲਬ ਅਕਸਰ ਕੋ ਕੰਮ ਸ਼ੁਰੂ ਕੀਤਾ ਜੀ। ਔਰ ਬਾਅਦ ਦੇ ਵਿੱਚ ਕੋਸ਼ਿਸ਼ ਸਹੀ ਕੀਤੀ, ਜੀ। ਕਾਮਯਾਬ ਤਦੇ ਹੋਣਾ। ਬਿਲਕੁਲ। ਹਾਂ। ਅੱਛਾ, ਉਸ ਤੋਂ ਬਾਅਦ ਹੈਗੀ ਆ ਰਾਈਟ ਲਾਈਵਲੀਹੁੱਡ, ਹਾਂ। ਜਾਨੀ ਰੋਜੀ ਰੋਟੀ ਦੇ ਸਹੀ ਸਾਧਨ। ਹਾਂ, ਉਹ ਹੁਣ ਇਹ ਦੇਖੋ, ਜਦ ਆਪਾਂ ਇੱਥੇ ਆ ਗਏ ਆ, ਜੀ ਜੀਵਨ ਵਾਸਤੇ ਤੁਹਾਨੂੰ ਜ਼ਰੂਰ ਮਤਲਬ ਕੰਮ ਕਰਨਾ ਪੈਣਾ। ਜੀ ਇਹ ਕੰਮ ਕਿਹੜਾ ਹੈ ਤੁਹਾਡੇ ਯੋਗਤਾ ਤੇ ਹੈ। ਜੀ ਉਹ ਜਿਹੜਾ ਤੁਹਾਡਾ ਕੰਮ ਹੈ, ਉਹ ਰਾਈਟ ਲਾਈਵਲੀਹੁੱਡ ਯਾਨੀ ਸਹੀ ਹੋਣਾ ਚਾਹੀਦਾ, ਜੀ ਗਲਤ ਨਹੀਂ ਹੋਣਾ ਚਾਹੀਦਾ। ਜੀ ਚਾਹੇ ਤੁਸੀਂ ਕਿਰਤ ਕਰਦੇ ਆ, ਜੀ ਚਾਹੇ ਅਧਿਆਪਕ ਆ, ਜੀ ਚਾਹੇ ਤੁਸੀਂ ਮਤਲਬ ਤੁਹਾਡਾ ਕੋਈ ਕਾਰੋਬਾਰ ਆ, ਜੀ ਜਿਹੜੇ ਗਲਤ ਹੈਗੇ ਆ ਵੀ ਜਿੱਦਾਂ ਚੋਰੀ ਕਰਨੀ, ਜੀ ਬਾਬੇ ਬਣਨਾ, ਜੀ ਝੂਠ ਬੋਲਣਾ, ਜੀ ਮੰਗਤੇ ਬਣਨਾ, ਜੀ ਉਹ ਸਾਰੇ ਗਲਤ ਆ। ਜੀ ਇਸ ਕਰਕੇ ਵੀ ਜਿਹੜਾ ਇਹ ਰਾਈਟ ਲਾਈਵਲੀਹੁੱਡ ਆ, ਜੀ ਜਿੱਦਾਂ ਹੁਣ ਤੁਸੀਂ ਦੇਖੋ ਵੀ ਜੇ ਮੁਲਕ ਕਿੱਦਾਂ ਚੱਲਦੇ ਆ, ਬਿਲਕੁਲ। ਜੇ ਤੁਸੀਂ ਟੈਕਸ ਦਿਓਗੇ ਤਦੇ ਚੱਲਣਗੇ। ਜੀ ਜੇ ਟੈਕਸ ਦੀ ਚੋਰੀ ਕਰੋਗੇ, ਉਹ ਤੁਹਾਡੇ ਵੀ ਖਿਲਾਫ ਜਾਣੀ ਹੈ, ਜੀ। ਉਹ ਮੁਲਕ ਵੀ ਪਿੱਛੇ ਜਾਣਾ। ਜੀ। ਇਸ ਕਰਕੇ ਉਹ ਰਾਈਟ ਲਾਈਵਲੀਹੁੱਡ ਹੈ। ਹਾਂ ਜੀ ਅੱਛਾ, ਫਿਰ ਹੈਗਾ ਰਾਈਟ ਮਾਈਂਡਫੁਲਨੈਸ, ਹਾਂ ਮਨ ਨੂੰ ਸਹੀ ਅਤੇ ਸ਼ੁੱਧ ਰੱਖਣਾ। ਹਾਂ ਇਹਦਾ ਦੇਖੋ, ਜਿਹੜੇ ਹੁਣ ਆਪਾਂ ਛੇ ਕਰ ਲਿਆ, ਜੀ ਜਿਹੜਾ ਸਰੀਰ ਤਾਂ ਮਨ ਆ, ਜੀ ਜੇ ਤੁਹਾਡਾ ਮਾਸਟਰ ਦੀ ਬਾਡੀ ਜੀ। ਐਂਡ ਫ੍ਰੀ ਦੀ ਮਾਈਂਡ, ਜੀ ਜੇ ਤੁਹਾਡਾ ਸਰੀਰ ਤੰਦਰੁਸਤ ਆ, ਜੀ ਫਿਰ ਇਹ ਮਾਈਂਡ ਚੱਲਦਾ। ਜੀ ਕਿਉਂਕਿ ਜਿਹੜਾ ਆਰਡਰ ਤਾਂ ਮਾਈਂਡ ਨਹੀਂ ਕਰਨਾ। ਜੀ ਹੁਣ ਜੇ ਤੁਸੀਂ ਨਸ਼ੇ ਕਰਦੇ ਆ, ਜੀ ਜੇ ਗਲਤ ਕੰਮ ਕਰਦੇ ਹੋ, ਤੁਹਾਡਾ ਮਾਈਂਡ ਹੋਰ ਪਾਸੇ ਲੱਗਾ ਰਹਿੰਦਾ। ਜੀ ਇਸ ਕਰਕੇ ਜਿਹੜਾ ਤੁਹਾਡਾ ਮਨ ਆ, ਜੀ। ਉਹ ਹਮੇਸ਼ਾ ਹੀ ਸਹੀ ਚਾਹੀਦਾ, ਜੀ ਉਹ ਸ਼ੁੱਧ ਚਾਹੀਦਾ, ਜੀ ਉਹ ਤਦੇ ਹੋਊਗਾ। ਤੇ ਅੱਠਵਾਂ ਜਿਹੜਾ ਹੈਗਾ ਉਹ ਹੈਗਾ ਰਾਈਟ ਕਨਸੈਂਟਰੇਸ਼ਨ, ਮਨ ਨੂੰ ਸਹੀ ਇਕਾਗਰ ਕਰਨਾ। ਜਦ ਬੰਦਾ ਸਾਧਨਾ ਕਰਦਾ ਹੈ, ਹੁਣ ਤੁਸੀਂ ਦੇਖੋ ਵੀ ਜਿੱਦਾਂ ਉਹਨੇ ਕੀਤਾ, ਜੀ ਉਹਨੇ ਉਹ ਜਿਹੜੇ ਫੋਰ ਨੋਬਲ ਟਰੁੱਥ ਆ, ਜੀ ਉਹ ਗਾਂ ਲੜੀ ਵਾਰ ਅੱਗੇ ਗਾਏ। ਜੀ ਹੁਣ ਤੁਸੀਂ ਦੇਖੋ ਵੀ ਬੰਦੇ ਸਾਰੇ, ਕਈਆਂ ਦਾ ਯੋਗਤਾ ਤੁਸੀਂ ਦੇਖਦੇ ਆ, ਜੀ ਜਿਹੜਾ ਜ਼ਿਆਦਾ ਲਗਨ ਨਾਲ ਕੋਈ ਕੰਮ ਕਰੂ, ਸਫਲ ਉਹਨੂੰ ਹੋਣਾ। ਜੀ ਜੇ ਨਹੀਂ ਕਰਨਾ, ਉਹ ਫੇਲ ਹੋਣਾ ਬਸ। ਜੀ ਇਹ ਤਾਂ ਬਿਲਕੁਲ ਸਿੰਪਲ ਹੈ। ਜੀ ਅੱਛਾ, ਇਸ ਤੋਂ ਅਗਲਾ ਸਵਾਲ ਮੈਂ ਤੁਹਾਡੇ ਤੋਂ ਪੁੱਛਾਂ, ਪਹਿਲਾਂ ਮੈਂ ਇਹਨਾਂ ਨੂੰ ਕੱਲਾ ਕੱਲਾ ਕਰਕੇ ਹੁਣੇ ਦੱਸ ਦਿੰਦਾ ਵੀ ਜਿਹੜੇ
ਇਹ 8 ਨੋਬਲ ਪਾਥ ਹੈਗੇ ਆ। ਇਹ ਰਾਈਟ ਅੰਡਰਸਟੈਂਡਿੰਗ, ਰਾਈਟ ਥਾਟ, ਰਾਈਟ ਸਪੀਚ, ਰਾਈਟ ਐਕਸ਼ਨ, ਰਾਈਟ ਐਫਰਟ, ਰਾਈਟ ਲਾਈਵਲੀਹੁੱਡ, ਰਾਈਟ ਮਾਈਂਡਫੁਲਨੈਸ ਤੇ ਰਾਈਟ ਕੰਸੈਂਟਰੇਸ਼ਨ। ਠੀਕ ਹਾਂ ਜੀ। ਇੱਥੇ ਮੈਂ ਇੱਕ ਗੱਲ ਇਹ ਜ਼ਰੂਰ ਇੱਥੇ ਦੱਸਣੀ ਚਾਹੁੰਦਾ ਵੀ ਜਿਹੜਾ, ਕਿਉਂਕਿ ਅਗਲਾ ਸਵਾਲ ਜਿਹੜਾ ਆਉਂਦਾ ਫਿਰ ਇਹ ਧੰਮ ਬਣ ਜਾਂਦਾ, ਉਧਰ ਨੂੰ ਮੈਂ ਆਉਣਾ। ਉਦੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੇ ਇਹ ਜਿਹੜੀ ਕਿਤਾਬ ਆ ਬੁੱਧਾ ਐਂਡ ਹਿਸ ਧੰਮਾ, ਇਹ ਜਿਹੜੀ ਆ ਇਹ ਸਾਰੀ ਜਿਹੜੀ ਆ ਇਹ ਬਾਬਾ ਸਾਹਿਬ ਨੇ ਆਪ ਲਿਖੀ ਆ। ਆਪ ਇਸ ਗ੍ਰੰਥ ਨੂੰ ਬਾਬਾ ਸਾਹਿਬ ਨੇ ਆਪ ਲਿਖਿਆ। ਸਾਨੂੰ ਇਹ ਗ੍ਰੰਥ ਜ਼ਰੂਰ ਪੜ੍ਹਨਾ ਚਾਹੀਦਾ। ਇਹ ਫਿਰ ਤੁਸੀਂ ਠੀਕ ਦਿਸ਼ਾ ਵਿੱਚ ਧੰਮ ਕੀ ਆ ਉਹਦੇ ਬਾਰੇ ਪੂਰੀ ਜਾਣਕਾਰੀ ਰੱਖੋਗੇ। ਅੱਛਾ, ਜਿਹੜਾ ਮੇਰਾ ਅਗਲਾ ਸਵਾਲ ਆ ਕਿ ਗਿਆਨ ਪ੍ਰਾਪਤ ਕਰਨ ਨਾਲ ਉਹ ਬੁੱਧ ਕਹਿਲਾਉਣ ਲੱਗੇ ਅਤੇ 4 ਨੋਬਲ ਟਰੂਥ ਅਤੇ 8 ਫੋਲਡ ਪਾਥ ਵਿਚਾਰਧਾਰਾ ਨੂੰ ਧੰਮ ਕਿਹਾ ਜਾਣ ਲੱਗ ਪਿਆ। ਇਸ ਤੇ ਵਿਆਖਿਆ ਕਰੋਗੇ? ਦੇਖੋ, ਜਿਸ ਵੇਲੇ ਆਪਾਂ ਪਹਿਲਾਂ ਹੀ ਦੱਸਿਆ ਵੀ ਜਿਸ ਤਰ੍ਹਾਂ ਉਹ ਇੱਕ ਮਾਰਗਦਰਸ਼ਨ ਹੈ ਜੀ, ਉਹ ਜਿਸ ਵੇਲੇ ਉਹਨਾਂ ਨੂੰ ਗਿਆਨ ਪ੍ਰਾਪਤ ਹੋ ਗਿਆ ਜੀ, ਹੁਣ ਉਹ ਤੁਸੀਂ ਦੇਖੋ ਜਿਸ ਵੇਲੇ ਸਮਾਜ ਦੇ ਵਿੱਚ ਜਾਣਾ ਜੀ, ਸਮਾਜ ਦੇ ਵਿੱਚ ਜਾਣਾ, ਇਹਦੀ ਐਕਸਪਲੇਨੇਸ਼ਨ ਹੋਣੀ ਹੈ ਜੀ, ਕਿਉਂਕਿ ਇਹ ਜਾਣੀ ਮਤਲਬ ਉਹ ਵੈਦਿਕ ਸੰਸਕ੍ਰਿਤੀ ਤੋਂ ਅਲੱਗ ਸੀ ਜੀ, ਕਿਉਂਕਿ ਉਹ ਤਾਂ ਜਿੱਦਾਂ ਅੰਧ ਵਿਸ਼ਵਾਸ ਹੁੰਦਾ, ਜੀ, ਇਹ ਜਾਣੀ ਇਹ ਬਿਲਕੁਲ ਇਹ ਧੰਮ ਜਿਹੜਾ ਆ ਇਹਦਾ ਬੇਸ ਇਹ ਧੰਮਾ ਆ ਜੀ, 8 ਫੋਲਡ ਪਾਥ ਹੈ ਜੀ, ਹੁਣ ਉਹ ਇਦਾਂ ਹੈਗੀ ਆ ਵੀ ਇਹਨੂੰ ਲੋਕਾਂ ਦੇ ਵਿੱਚ ਲਿਜਾਣ ਲਈ ਤਾਂ ਯੋਜਨਾ ਚਾਹੀਦੀ ਸੀ ਜੀ, ਜਾਣੀ ਉਹੀ ਮਤਲਬ ਹੁਣ ਤੱਕ ਹੈਗਾ ਵੀ ਇਹ ਇੱਥੇ ਤੱਕ ਹੈ ਜਾਣੀ। ਜੀ, ਮੈਂ ਇਹੀ ਜਾਣਨਾ ਚਾਹੁੰਦਾ ਸੀ ਕਿ ਇਸ ਧੰਮ ਨੂੰ ਪ੍ਰਚਾਰਨ ਤੇ ਪ੍ਰਸਾਰਨ ਵਾਸਤੇ ਕਿਵੇਂ ਯੋਜਨਾ ਬਣਾਈ ਗਈ? ਦੇਖੋ, ਜਿਸ ਵੇਲੇ ਉਹ ਉੱਥੋਂ ਆ ਗਏ ਜੀ, ਉਹ ਜਿਹੜੇ 5 ਭਿਕਸ਼ੂ ਜਾਣੀ ਉਹ ਵੀ ਫਿਰ ਉਹਨਾਂ ਦੇ ਉਹਨੇ ਕਿਹਾ ਵੀ ਅਸੀਂ ਐਕਸੈਪਟ ਕਰ ਲਿਆ ਜੀ, ਯਾਨੀ ਐਕਚੁਅਲੀ ਉਹ ਵੀ ਫਿਰ ਕਨਵਰਟ ਹੋ ਗਏ। ਜੀ, ਜਿਹੜੇ ਹੁਣ ਇਹ ਦੇਖੋ ਐਕਚੁਅਲੀ ਇਹ ਕਨਵਰਸ਼ਨ ਆ। ਜੀ, ਪਹਿਲਾਂ ਤਾਂ ਬੁੱਧ ਨੂੰ ਆਪ ਜਾਣੀ ਪਹਿਲਾਂ ਉਹ ਜੋ ਪਰਿਵਾਰ ਵੱਲੋਂ ਮਿਲਿਆ ਸੀ ਜੀ, ਉਹ ਵੈਦਿਕ ਧਰਮ ਸੀ, ਜੀ, ਉਹਨੇ ਉਹਨੂੰ ਰਿਜੈਕਟ ਕਰ ਦਿੱਤਾ। ਜੀ, ਉਹਨੇ ਕਿਉਂਕਿ ਜਦ ਗਿਆਨ ਪ੍ਰਾਪਤੀ ਹੋ ਗਈ ਕਿਉਂਕਿ ਉਹ ਫਿਰ ਰਿਜੈਕਟ ਹੋ ਗਿਆ, ਵੈਦਿਕ ਸੰਸਕ੍ਰਿਤੀ ਰਿਜੈਕਟ ਹੋ ਗਈ। ਜੀ, ਫਿਰ ਉਹ ਜਿਹੜੇ 5 ਉਹ ਵੀ ਵਿਦਵਾਨ ਸੀ, ਜੀ, ਜਾਣੀ ਜਦ ਉਹਨੇ ਕਿਹਾ ਵੀ ਇਹ ਤਾਂ ਬਿਲਕੁਲ ਸਾਨੂੰ ਤੈਂ ਖੋਜ ਕਰਕੇ ਚੰਗਾ ਕਰ ਦਿੱਤਾ, ਜੀ, ਉਹਨੇ ਕਿਹਾ ਵੀ ਅਸੀਂ ਤੇਰੇ ਨਾਲ ਆ। ਜੀ, ਉਹੀ ਆ ਨਾ, ਉਹਨਾਂ ਨੂੰ ਕਿਵੇਂ ਸਫਲਤਾ ਮਿਲਣ ਲੱਗੀ ਵਰਣਨ ਕਰੋ। ਹਾਂ ਨੇ ਹੁਣ ਇਹੀ ਗੱਲ ਸੀ ਵੀ ਉਹ ਨਹੀਂ ਕਿਹਾ ਵੀ ਦੇਖੋ ਵੱਡੀ ਤਾਂ ਗੱਲ ਆ ਵੀ ਬੁੱਧ ਨੇ ਜਦ ਗਿਆਨ ਪ੍ਰਾਪਤੀ ਕੀਤੀ ਆ, ਜੀ, ਬਾਅਦ ਦੇ ਵਿੱਚ ਜਿਹੜਾ ਉਹਨੇ ਜਾਣੀ ਇਹ ਚ ਆਪਣਾ ਕੋਈ ਵਿਸ਼ੇਸ਼ ਸਥਾਨ ਨਹੀਂ ਰੱਖਿਆ। ਜੀ, ਪਹਿਲਾਂ ਤਾਂ ਉਹ ਬੋਧੀਸਤਵ ਸੀ, ਜੀ, ਫਿਰ ਉਹ ਬੁੱਧ ਬਣੇ, ਜੀ, ਫਿਰ ਜਿੱਦਾਂ ਆਪਾਂ ਕਹਿੰਦੇ ਸੰਮਾ ਸੰਬੁੱਧ, ਸਮਿਕ ਸੰਬੁੱਧ, ਹਾਂ, ਫੁਲੀ ਇਨਲਾਈਟਡ ਵਨ। ਜੀ, ਉਹ ਫਿਰ ਜਿਹੜੇ 5 ਸੀਗੇ ਜਦ ਉਹਨੇ ਉਹਨਾਂ ਨੂੰ ਦੱਸ ਦਿੱਤਾ, ਉਹਨੇ ਕਿਹਾ ਵੀ ਦੇਖ ਜਿਹੜਾ ਜੋ ਤੁਸੀਂ ਕਹੋਗੇ ਅਸੀਂ ਤੁਹਾਡੇ ਨਾਲ ਆ। ਜੀ, ਉਹ ਫਿਰ 5 ਨੇ ਕਿਹਾ ਵੀ ਇਹਨੂੰ ਗਾਂ ਲੋਕਾਂ ਤੱਕ ਕਿੱਦਾਂ ਲਿਜਾਣਾ। ਜੀ, ਹੁਣ ਤੁਹਾਨੂੰ ਪਤਾ ਵੀ ਜੇ ਉਹ ਕੋਈ ਖੋਜ ਕਰਕੇ ਉੱਦੇ ਰੱਖ ਲਓ ਫਿਰ ਤਾਂ ਫਾਇਦਾ ਹੀ ਨਹੀਂ। ਜੀ, ਬਿਲਕੁਲ। ਹਾਂ, ਉਹ ਫਿਰ 5 ਨੇ ਕਿਹਾ ਵੀ ਅਸੀਂ ਵੀ ਆਪਣੇ ਪੁਰਾਣੇ ਵਿਚਾਰ ਛੱਡ ਰਹੇ ਹਾਂ, ਜੀ, ਵੀ ਅਸੀਂ ਤੇਰੇ ਨਾਲ ਆ, ਜੀ, ਵੀ ਜੋ ਵੀ ਪਲੈਨਿੰਗ ਕਰਨੀ ਹੈ ਅਸੀਂ ਮਿਸ਼ਨਰੀ ਦੇ ਤੌਰ ਤੇ ਕਰਾਂਗੇ। ਜੀ। ਹਾਂ, ਹਾਂ। ਅੱਛਾ, ਉਹਨਾਂ ਦੇ ਧੰਮ ਨੂੰ ਵੱਡੀ ਪੱਧਰ ਤੇ ਫੈਲਣ ਦੇ ਕੀ ਕਾਰਨ ਸਨ? ਦੇਖੋ, ਵੱਡੀ ਤਾਂ ਗੱਲ ਆ ਵੀ ਜਿਹੜਾ ਪਹਿਲਾ ਵੈਦਿਕ ਧਰਮ ਸੀ ਉਹ ਇੰਨਾ ਪਚੀਦਾ ਸੀ ਕਿਉਂਕਿ ਉਹ ਜਿਹੜੇ ਉਸ ਵੇਲੇ ਦੇ ਰਾਜੇ ਸੀ, ਜੀ, ਉਹ ਜਿਹੜੇ ਵੈਦਿਕ ਰਿਸ਼ੀ ਆ ਉਹਨਾਂ ਤੋਂ ਕੰਮ ਇਦਾਂ ਦੇ ਕਰਾਉਂਦੇ ਸੀ ਵੀ ਇੱਕਦਮ ਵੀ ਤੁਸੀਂ ਵਰਣ ਵਾਸਤਾ ਨੂੰ ਮੰਨਣਾ। ਜੀ, ਫਿਰ ਉਹ ਹੁਣ ਤੁਹਾਨੂੰ ਪਤਾ ਵੀ ਜਿਹੜੇ ਉਹ ਰਾਜਿਆਂ ਨੂੰ ਇਹ ਕਹਿੰਦੇ ਸੀ ਵੀ ਤੁਸੀਂ ਹਰੇਕ ਕੰਮ ਲਈ ਯੱਗ ਕਰੋ, ਜੀ, ਜਾਣੀ ਬਹੁਤ ਦੇਖੋ ਜਾਨਵਰਾਂ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ ਸੀ। ਜੀ, ਫਿਰ ਹੁਣ ਤੁਸੀਂ ਦੇਖੋ ਵੀ ਉਹਦੇ ਵਿੱਚ ਜਿਹੜਾ ਸ਼ੂਦਰ ਵਰਣ ਆ ਉਹਨੂੰ ਤਾਂ ਸੇਵਾ ਦਾ ਹੀ ਸੀ, ਜੀ, ਜਾਣੀ ਵੀ ਤੁਸੀਂ ਬਾਕੀਆਂ ਦੀ ਸੇਵਾ ਕਰਨੀ। ਜੀ, ਉਹ ਜਿਹੜਾ ਪਹਿਲਾ ਵੈਦਿਕ ਧਰਮ ਸੀ ਉਹ ਸਿਰਫ 15% ਲੋਕਾਂ ਦੇ ਲਾਭ ਲਈ ਸੀ, ਜੀ, ਔਰ ਨਾਰੀ ਜਾਤੀ ਨੂੰ ਵੀ ਗੁਲਾਮ ਬਣਾਇਆ ਸੀ। ਜੀ, ਜਿਹੜੇ ਹੁਣ ਸ਼ੂਦਰ ਆ ਜਾਣੀ ਰਿਗਵੇਦ 'ਚ ਲਿਖਿਆ ਵੀ ਜਿਹੜੇ ਬ੍ਰਾਹਮਣ ਆ ਉਹੀ ਬ੍ਰਹਮਾ ਦੇ ਮੂੰਹ 'ਚੋਂ ਪੈਦਾ ਹੋਏ ਆ, ਜੀ, ਬਾਕੀ ਸਾਰੇ ਸ਼ੂਦਰ ਉਹ ਪੈਰਾਂ 'ਚੋਂ ਪੈਦਾ ਹੋਏ। ਜੀ, ਇਸ ਕਰਕੇ ਉਹ ਲੋਕ ਕਹਿੰਦੇ ਵੀ ਇਹ ਤਾਂ ਬਿਲਕੁਲ ਗਲਤ ਹੈ। ਜੀ, ਜਾਣੀ ਉਹ ਫਿਰ ਜਿਹੜਾ ਇਹ ਧਰਮ ਆ ਵੀ ਇਹ ਸਾਰੇ ਬਹੁਜਨ ਦੇ ਹਿੱਤ ਦਾ ਆ, ਜੀ, ਜਿਹੜਾ ਉਹ ਪਹਿਲਾ ਸੀ ਉਹ ਬਹੁਜਨ ਦੇ ਹਿੱਤ ਦਾ ਨਹੀਂ ਸੀ।
ਜੀ ਉਹ ਸਿਰਫ 15% ਲੋਕਾਂ ਦੇ ਸੀ। ਜੀ ਇਸ ਕਰਕੇ ਫਿਰ ਉਹ ਜਿਹੜੇ ਬਹੁਜਨ ਬਾਕੀ ਲੋਕ ਸੀ ਉਹਨੇ ਕਿਹਾ ਵੀ ਇਹ ਤਾਂ ਬਿਲਕੁਲ ਇੱਕ ਤਾਂ ਇਹ ਸਪਸ਼ਟ ਹੈ, ਜੀ ਯਾਨੀ ਇਹ ਤਾਂ ਸਚਾਈ ਹੈ ਜੀ ਵੀ ਕਲਿਆਣ ਇਹਦੇ ਵਿੱਚ ਹੀ ਆ ਵੀ ਇਹ ਅਪਣਾਉਣਾ ਚਾਹੀਦਾ। ਜੀ। ਇਸ ਕਰਕੇ ਫਿਰ ਲੋਕ ਜਿਹੜਾ ਉਹ ਵੈਦਿਕ ਧਰਮ ਨੂੰ ਛੱਡਣ ਲੱਗ ਪਏ। ਉਹੀ ਆ ਨਾ, ਵੈਦਿਕ ਸੰਸਕ੍ਰਿਤੀ ਤੇ ਇਸ ਦਾ ਕੀ ਪ੍ਰਭਾਵ ਪਿਆ, ਇਹ ਪ੍ਰਭਾਵ ਹਨ। ਉਹ ਇੱਥੋਂ ਤੱਕ ਵੀ ਜਦ ਉਹਨਾਂ ਨੂੰ ਗਿਆਨ ਪ੍ਰਾਪਤੀ ਹੋ ਗਈ, ਜੀ ਉਦੋਂ ਬਾਅਦ ਜਾਨੀ ਜਦ ਪ੍ਰਚਾਰ ਕਰਨ ਲੱਗ ਪਏ, ਫਿਰ ਉਹ ਜਿਹੜੇ ਉਹ ਵੈਦਿਕ ਰਿਸ਼ੀ ਸੀ ਉਹ ਤਾਂ ਝੂਠੇ ਸਾਬਤ ਹੋਏ। ਜੀ ਉਹ ਲੋਕ ਉਹਨਾਂ ਨੂੰ ਹਟ ਗਏ ਜਾਣੀ। ਜੀ ਉਹ ਫਿਰ ਜਿਹੜੀ ਵੈਦਿਕ ਸੰਸਕ੍ਰਿਤੀ ਸੀ ਜਾਣੀ ਇਹ ਬੁੱਧ ਪਹਿਲੇ ਜਾਣੀ ਹੋਇਆ ਵੀ ਜਿਹਨੇ ਇੱਕ ਰਿਵੋਲਟ ਸ਼ੁਰੂ ਕੀਤੀ। ਜੀ ਇਹ ਇੱਕ ਪਹਿਲੀ ਕਲਚਰਲ ਰਿਵੋਲਟ ਸੀ। ਜੀ ਇਹ ਇਕੱਲਾ ਧੰਮੇ ਹੀ ਨਹੀਂ ਸੀ, ਕਿਉਂਕਿ ਸੰਸਕ੍ਰਿਤੀ ਵੀ ਇਹ ਭਾਰਤ ਦੇ ਮੂਲ ਨਿਵਾਸੀਆਂ ਦੀ ਸੀ। ਜੀ ਜਿਹੜੇ ਆਰੀਆ ਤਾਂ ਬਾਹਰੋਂ ਆਏ ਸੀ। ਜੀ ਉਹ ਫਿਰ ਜਾਣੀ ਲੋਕ ਕਹਿੰਦੇ ਵੀ ਇਹ ਤਾਂ ਬਹੁਤ ਸਰਲ ਆ, ਸਪਸ਼ਟ ਆ, ਫਿਰ ਇਹਦੇ ਵਿੱਚ ਲੁੱਟ ਨਹੀਂ। ਜੀ। ਹੁਣ ਤੁਸੀਂ ਦੇਖੋ ਵੀ ਜੇ ਅਸ਼ਵਮੇਧ ਯੱਗ ਕਰਨਾ, ਕਿੰਨੇ ਜਾਣੀ ਉਹ ਉੱਥੇ ਗਊਆਂ ਦੀ ਉਹ ਬਲੀ ਦਿੰਦੇ ਸੀ ਔਰ ਆਪ ਮਾਸ ਕਰਦੇ ਸੀ। ਜੀ ਫਿਰ ਹਰੇਕ ਦੇਵਤੇ ਨੂੰ ਖੁਸ਼ ਕਰਨ ਲਈ ਵੀ ਜੇ ਮੀਂਹ ਆ ਤਦ ਵੀ ਯੱਗ ਕਰੋ, ਜੀ ਜੇ ਬਿਮਾਰੀਆਂ ਤੋਂ ਬਚਣਾ ਤਾਂ ਯੱਗ ਕਰੋ। ਉਹ ਸਾਰਾ ਮਤਲਬ ਤਰਕਹੀਣ ਗੱਲਾਂ ਸੀ। ਜੀ ਤਾਂ ਇਹ ਜਿਹੜੇ ਲੋਕਾਂ ਦੇ ਜਾਣੀ ਫਾਇਦੇ ਦੀਆਂ ਸੀ। ਜੀ। ਇਸ ਕਰਕੇ ਫਿਰ ਸਾਰਾ ਸਮਾਜ ਇੱਧਰ ਆਉਣ ਲੱਗਾ। ਹਾਂਜੀ। ਅੱਛਾ, ਉਹਨਾਂ ਦੇ ਮਹਾਪਰਿਨਿਰਵਾਣ ਤੱਕ ਧੰਮ ਦੀ ਕੀ ਸਥਿਤੀ ਸੀ ਅਤੇ ਇਹ ਕਿਵੇਂ ਅੱਗੇ ਵਧਦੀ ਗਈ? ਦੇਖੋ ਜਿਸ ਵੇਲੇ ਉਹਨਾਂ ਨੂੰ ਮਤਲਬ 28 ਸਾਲ ਦੀ ਉਮਰ ਦੇ ਵਿੱਚ ਉਹਨੇ ਸ਼ੁਰੂਆਤ ਕੀਤੀ ਸੀ, ਜੀ 35 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਗਿਆਨ ਪ੍ਰਾਪਤੀ ਹੋਈ। ਜੀ ਹੁਣ ਇਹ ਜਿਹੜੇ 45 ਸਾਲ ਆ, ਜੀ ਉਹ ਜਿਹੜਾ ਉਹਨੇ ਸੰਘ ਬਣਾਇਆ ਸੀ ਉਹਨੇ ਬਹੁਤ ਅਨੁਸ਼ਾਸਨ ਸੀ। ਜੀ ਤੁਸੀਂ ਦੇਖੋ ਸਾਰੇ ਭਾਰਤ ਦੇ ਉਹਨੇ ਦੌਰੇ ਕੀਤੇ। ਜੀ ਉਹ ਰਾਜਿਆਂ ਨੇ ਵੀ ਕਨਵਰਸ਼ਨ ਕੀਤੀ, ਔਰਤਾਂ ਨੇ ਵੀ ਕਨਵਰਸ਼ਨ ਕੀਤੀ, ਔਰ ਸਾਰਾ ਹੀ ਭਾਰਤ ਜਾਣੀ ਮਤਲਬ ਹੈ ਬੁੱਧਮਈ ਹੋ ਗਿਆ। ਜੀ ਵੱਡੀ ਗੱਲ ਇਹ ਵੀ ਸੰਘ ਦਾ ਬਹੁਤ ਵੱਡਾ ਰੋਲ ਸੀ, ਜੀ ਕਿਉਂਕਿ ਉਹ ਜਿਸ ਵੇਲੇ ਉਹਦਾ ਨਾਲ ਕੁਸ਼ੀਨਗਰ ਵਿਖੇ 80 ਸਾਲ ਦੇ ਵਿੱਚ ਮਹਾਪਰਿਨਿਰਵਾਣ ਹੋਇਆ, ਜੀ ਉਹਨਾਂ ਦਾ ਇਹ ਧੰਮ ਦਾ ਪ੍ਰਚਾਰ ਸਾਰੇ ਭਾਰਤ 'ਚ ਜਾ ਚੁੱਕਾ ਸੀ। ਜੀ ਔਰ ਵੱਡੀ ਗੱਲ ਇਹ ਵੀ ਦੇਖੋ ਜਿਹੜੀਆਂ ਔਰਤਾਂ ਨੂੰ ਤਾਂ ਪਹਿਲਾਂ ਕੋਈ ਹੱਕ ਹੀ ਨਹੀਂ ਸੀ, ਬਿਲਕੁਲ। ਉਹ ਔਰਤਾਂ ਨੂੰ ਵੀ ਜਾਣੀ ਮਤਲਬ ਕਨਵਰਸ਼ਨ ਕਰਕੇ ਉਹ ਆਈਆਂ। ਜੀ। ਉਹ ਸੰਘ ਦੇ ਵਿੱਚ ਉਹਨਾਂ ਨੂੰ ਵੀ ਵਿਸ਼ੇਸ਼ ਸਥਾਨ ਮਿਲਿਆ। ਜੀ ਉਹ ਬੜੀ ਗੱਲ ਹੈ ਵੀ ਤੁਸੀਂ ਦੇਖੋ ਜਿਹੜੇ ਹੋਰ ਜਿੰਨੇ ਵੀ ਸੀਗੇ ਜਿਹੜੇ ਖੱਤਰੀ ਸੀ, ਜੀ ਉਹ ਥੋੜੇ ਕਿੱਦਾਂ ਦੇਸ਼ ਦੀ ਰੱਖਿਆ ਕਰ ਸਕਦੇ ਸੀ। ਜੀ ਇਸ ਕਰਕੇ ਉਹਨੀ ਲੋਕਾਂ ਨੇ ਕਿਹਾ ਵੀ ਇਹ ਜਿਹੜਾ ਬੁੱਧ ਦਾ ਮਾਰਗ ਹੈ ਇਹੀ ਸਹੀ ਮਾਰਗ ਹੈ। ਜੀ। ਉਹ ਸਾਰੇ ਭਾਰਤ ਦੇ ਵਿੱਚ ਫੈਲ ਗਿਆ। ਅੱਛਾ, ਉਹਨਾਂ ਦੀ ਸਮਾਜਿਕ ਅਤੇ ਸੰਸਕ੍ਰਿਤਿਕ ਕ੍ਰਾਂਤੀ ਨੇ ਭਾਰਤ ਕਿਵੇਂ ਰਾਜਨੀਤਿਕ ਕ੍ਰਾਂਤੀ ਵੱਲ ਵਧਾਇਆ? ਕਿਉਂਕਿ ਇਹ ਹੁਣ ਦੇਖੋ ਜਿਹੜੀ ਪਹਿਲਾਂ ਤਾਂ ਹੈਗੀ ਆ ਜਿਹੜੀ ਰਾਜਨੀਤਿਕ ਕ੍ਰਾਂਤੀ ਕਿੱਦਾਂ ਆਈ ਹੈ। ਜੀ ਪਹਿਲਾਂ ਉਹ ਸਾਰੇ ਰਾਜਿਆਂ ਦੇ ਰਾਜ ਸੀ, ਜੀ ਉਹਨਾਂ ਦੀ ਸੋਚ ਇੱਕ ਨਹੀਂ ਸੀ। ਜੀ ਉਹ ਜਿੱਦਾਂ ਵੈਦਿਕ ਰਿਸ਼ੀ ਕਹਿੰਦੇ ਸੀ ਉਹ ਕਰੀ ਜਾਂਦੇ ਸੀਗੇ, ਜੀ ਔਰ ਉਹਦੇ ਨਾਲ ਤੇ ਮੁਲਕ ਦੀ ਤਾਂ ਤਰੱਕੀ ਹੋ ਹੀ ਨਹੀਂ ਸੀ ਸਕਦੀ। ਜੀ ਵਿੱਦਿਆ ਦੇ ਖੇਤਰ ਦੇ ਵਿੱਚ, ਸਿਹਤ ਦੇ ਖੇਤਰ ਦੇ ਵਿੱਚ। ਫਿਰ ਉਹ ਦੇਖੋ ਵੀ ਜਿਹੜੀ ਫੌਜ ਆ, ਜੇ ਫੌਜ ਦੇ ਵਿੱਚ ਖੱਤਰੀ ਇਕੱਲੇ ਹੀ ਕੀ ਕਰ ਸਕਦੇ ਆ। ਜੀ ਉਹ ਫਿਰ ਜਿਸ ਵੇਲੇ ਲੋਕ ਇਕੱਠੇ ਹੋਣ ਲੱਗੇ ਤਾਂ ਫਿਰ ਫੌਜ ਵੀ ਤਕੜੀ ਹੋਈ। ਜੀ ਉਹ ਫਿਰ ਉਹਨੇ ਕਿਹਾ ਵੀ ਰਾਜ ਵੀ ਇੱਕ ਚਾਹੀਦਾ। ਜੀ ਉਹ ਫਿਰ ਜਾਣੀ ਮਤਲਬ ਜਿਸ ਵੇਲੇ ਕਲਚਰਲ ਰਿਵੋਲਟ ਆਈ, ਜੀ ਉਹ ਸੰਸਕ੍ਰਿਤੀ ਨੂੰ ਛੱਡਿਆ। ਜੀ ਉਹ ਫਿਰ ਜਾਣੀ ਮਤਲਬ ਜਿਹੜੇ ਸ਼ੂਦਰਾਂ ਚੋਂ ਬਣੇ ਸੀਗੇ ਨਾ, ਜਿਨ੍ਹਾਂ ਨੂੰ ਸ਼ੂਦਰ ਬਣਾਇਆ ਸੀ, ਜੀ ਉਹ ਫੌਜ ਦੇ ਵਿੱਚ ਪਹਿਲਾਂ ਤਾਂ ਮਨਾਹੀ ਸੀ। ਜੀ ਉਹ ਫਿਰ ਚੰਦਰਗੁਪਤ ਮੌਰੀਆ ਜਿਹੜਾ ਸੀ, ਜੀ ਉਹਨੇ ਜਾਣੀ ਮਤਲਬ ਆਪਣੇ ਲੋਕਾਂ ਨੂੰ ਸਮਝਾ ਕੇ ਜਿੱਤਾਂ ਪ੍ਰਾਪਤ ਕਰਕੇ ਔਰ ਭਾਰਤ ਦੇ ਵਿੱਚ ਪਹਿਲਾ ਜਾਣੀ ਜੀ ਸਾਰੇ ਭਾਰਤ ਦੇ ਵਿੱਚ ਪਹਿਲਾ ਰਾਜ ਸਥਾਪਿਤ ਕੀਤਾ। ਜੀ ਉਹ ਜਾਣੀ ਇੱਕ ਪੋਲੀਟੀਕਲ ਰੈਵੋਲੂਸ਼ਨ ਸੀ। ਜੀ ਜਾਣੀ ਮਤਲਬ ਉਹ ਤੁਸੀਂ ਦੇਖੋ ਵੀ ਐਡੇ ਵੱਡੇ ਦੇਸ਼ ਦੇ ਵਿੱਚ ਪਹਿਲਾਂ ਸਾਰੇ ਭਾਰਤ ਦਾ ਇੱਕ ਰਾਜਾ ਹੀ ਨਹੀਂ ਸੀ, ਉਹ ਰਾਜੇ ਆਪਸ ਵਿੱਚ ਹੀ ਲੜਦੇ ਰਹਿੰਦੇ ਸੀ। ਜੀ ਪਰ ਉਹ ਚੰਦਰਗੁਪਤ ਮੌਰੀਆ ਉਹ ਪਹਿਲਾ ਜਾਣੀ ਮਤਲਬ ਬਣਿਆ ਜਿਹੜਾ ਓਰੀਜਨਲ ਭਾਰਤ ਦੇ ਮੂਲ ਨਿਵਾਸੀਆਂ ਦਾ ਸੀ। ਜੀ ਜਾਣੀ ਉਹ ਵੈਦਿਕ ਨਹੀਂ ਸੀ, ਜੀ ਜਾਣੀ ਉਹਦੇ ਲੋਕਾਂ ਨੇ ਸਵੀਕਾਰ ਕਰ ਲਿਆ ਔਰ ਉਹ ਜਾਣੀ ਭਾਰਤ ਦਾ ਸ਼ਾਸਕ ਬਣਿਆ। ਅੱਛਾ, ਇਹਨੂੰ ਮੈਂ ਅੱਗੇ ਵਧਾਉਣਾ। ਹੁਣ ਭਾਰਤ ਕਿਵੇਂ ਬੋਧੀ ਦੇਸ਼ ਬਣਿਆ, ਇਸ ਕਾਲ ਵਿੱਚ ਕਿਵੇਂ ਵਿਸ਼ਵ ਵਿੱਚ ਪ੍ਰਸਿੱਧ ਹੋਇਆ? ਹਾਂ, ਕਿਉਂਕਿ ਦੇਖੋ ਜਿਸ ਵੇਲੇ ਚੰਦਰਗੁਪਤ ਮੌਰੀਆ ਦਾ ਰਾਜ ਆ ਗਿਆ, ਜੀ ਉਸ ਵੇਲੇ ਉਹ ਜਿਹੜੇ ਰਾਜੇ ਜਿਹੜੇ ਮਤਲਬ ਇਕੱਠੇ ਤਾਂ ਹੋ ਗਏ ਸੀ, ਜੀ ਪਰ ਉਹ ਜਿਹੜਾ ਧੰਮ ਦੀ ਗੱਲ ਆ ਇਹ ਵੱਖਰੀ ਸੀ। ਜੀ ਪਰ ਬੜੀ ਤਾਂ ਗੱਲ ਆ ਵੀ ਉਹ ਜਿਹੜਾ ਵੈਦਿਕ ਸੰਸਕ੍ਰਿਤੀ ਜਦ ਹਾਰ ਗਈ ਸੀ, ਜੀ ਕਿਉਂਕਿ ਲੋਕਾਂ ਨੇ ਵਰਨ ਅਵਸਥਾ ਛੱਡ ਦਿੱਤੀ ਸੀ, ਜੀ ਉਹ ਇਕੱਠੇ ਹੋ ਗਏ ਸੀ।
ਜੀ ਪਰ ਹੁਣ ਬਾਅਦ ਦੇ ਵਿੱਚ ਜਿਸ ਵੇਲੇ ਮੁਲਕ ਨੂੰ ਅੱਗੇ ਲਿਜਾਣਾ ਤਾਂ ਫਿਰ ਤਾਂ ਕਿਸੇ ਧੰਮ ਦੀ ਲੋੜ ਸੀ। ਜੀ ਉਹ ਜਿਹੜਾ ਪਹਿਲਾਂ ਐਸਟੈਬਲਿਸ਼ ਹੋ ਚੁੱਕਾ ਸੀ, ਜੀ ਕਿਉਂਕਿ ਉਹ ਸੋਚ ਉਧਰ ਦੀ ਬਣ ਰਹੀ ਸੀ। ਜੀ ਫਿਰ ਉਹ ਜਿਹੜਾ ਚੰਦਰਗੁਪਤ ਮੌਰੀਆ ਦਾ ਪੁੱਤ ਸੀ ਬਿੰਦੂਸਾਰ, ਫਿਰ ਇਹ ਜਿਹੜਾ ਅਸ਼ੋਕ ਕੋ ਜਦ ਆਇਆ ਹੈ ਨਾ, ਜੀ ਜਦ ਉਹ ਅਸ਼ੋਕ ਬਣਿਆ ਤਾਂ ਉਹਨੇ ਕਿਹਾ ਵੀ ਹੁਣ ਮਤਲਬ ਜਦ ਸਭ ਕੁਝ ਹੋ ਗਿਆ ਕਲਿੰਗਾ ਦੀ ਲੜਾਈ ਤੋਂ ਬਾਅਦ, ਜੀ ਜਾਣੀ ਉਹਨੇ ਕਿਹਾ ਵੀ ਜੋ ਬੁੱਧ ਨੇ ਦਿੱਤਾ ਵੀ ਉਹ ਮੈਨੂੰ ਜਾਣੀ ਕਨਵਰਟ ਹੋਣਾ ਚਾਹੀਦਾ। ਜੀ ਜਾਣੀ ਪਹਿਲਾਂ ਗਰਾਊਂਡ ਤਿਆਰ ਹੋ ਚੁੱਕੀ ਸੀ। ਜੀ ਜਾਣੀ ਉਹਨੇ ਫਿਰ ਜਾਣੀ ਉਹ ਦੇਖੋ ਵੀ ਉਹ ਅਸ਼ੋਕ ਨੇ ਵੀ ਜਦ ਇਤਿਹਾਸ ਨੂੰ ਦੇਖਿਆ, ਫਿਰ ਜਾਣੀ ਉਹ ਵੀ ਉਹ ਸਾਰਨਾਥ ਆਇਆ ਜੀ ਜਿੱਥੇ ਉਹਨੇ ਬੁੱਧ ਨੇ ਨਾ ਅਸ਼ਟਾਂਗ ਮਾਰਗ ਦਿੱਤਾ ਸੀ, ਜੀ ਉੱਥੇ ਉਸ ਜਗ੍ਹਾ ਤੇ ਆ ਕੇ ਜਾਣੀ ਉਹ ਕਨਵਰਟ ਹੋਇਆ। ਜੀ ਉਹਨੇ ਕਿਹਾ ਵੀ ਮਤਲਬ ਉਹ ਜਿਹੜਾ ਹੁਣ ਗਵਰਨਮੈਂਟ ਦਾ ਸਿੰਬਲ ਆ, ਜੀ ਕਿਉਂਕਿ ਉਹ ਅਸ਼ੋਕ ਨੇ ਕੀਤਾ। ਜੀ ਔਰ ਉਹ ਫਿਰ ਇਸ ਕਰਕੇ ਜਿਸ ਵੇਲੇ ਰਾਜਾ ਅਪਣਾ ਲੈਂਦਾ ਜੀ ਫਿਰ ਤਾਂ ਉਸ ਪ੍ਰਜਾ ਤਰੀਕੇ ਨੂੰ ਫਿਰ- ਨਹੀਂ, ਨਾਲੇ ਕਿਉਂਕਿ ਉਹ ਅਸ਼ੋਕ ਤਾਂ ਆਪ ਵੀ ਬਹੁਤ ਵਿਦਵਾਨ ਸੀ, ਜੀ ਜਾਣੀ ਇਸ ਕਰਕੇ ਫਿਰ ਅਸ਼ੋਕ ਦੇ ਬਾਅਦ ਦੇ ਵਿੱਚ ਜਿਹੜਾ ਕਨਿਸ਼ਕ, ਹਰਸ਼ਵਰਧਨ, ਔਰ ਵੱਡੀ ਤਾਂ ਗੱਲ ਆ ਵੀ ਇਹ ਰਾਜ ਪਲਟਣ ਦੇ ਨਾਲ ਹੀ ਜਾਣੀ ਫਿਰ ਯੂਨੀਵਰਸਿਟੀਆਂ ਬਣੀਆਂ। ਜੀ ਔਰ ਵੱਡੀ ਗੱਲ ਆ ਵੀ ਜਿਹੜੇ ਬੁੱਧ ਦੀ ਭਿਕਸ਼ੂ ਸੀਗੇ ਜੀ ਉਹ ਜਦ ਇਹ ਮਤਲਬ ਅਜੇ ਜਦ ਵੀ ਕੋਈ ਬੁੱਧ ਦੀ ਭਿਕਸ਼ੂ ਬਣਦਾ ਸੀ, ਜੀ ਉਹ ਜਿਹੜਾ ਵਿਹਾਰ ਦੇ ਵਿੱਚ ਪ੍ਰਾਇਮਰੀ ਐਜੂਕੇਸ਼ਨ ਸ਼ੁਰੂ ਹੋ ਜਾਂਦੀ ਸੀ। ਜੀ ਫਿਰ ਨਾਲ ਦੀ ਨਾਲ ਉਹ ਜਿਹੜੇ ਭਿਕਸ਼ੂ ਸੀਗੇ ਉਹ ਐਕਸਰਸਾਈਜ਼ ਤੇ ਵੀ ਜ਼ੋਰ ਦਿੰਦੇ ਸਨ, ਜੀ ਡਿਸਪਲਿਨ ਵੀ ਉਹੀ ਦੱਸਦੇ ਸੀ। ਜੀ ਹੁਣ ਜਿਹੜੀਆਂ ਖੇਡਾਂ ਆ ਇਹਨਾਂ ਦਾ ਵੀ ਬਹੁਤ ਇੰਪੋਰਟੈਂਸ ਆ। ਜੀ ਹੁਣ ਉਹ ਜਿਹੜੇ ਬੁੱਧਿਸਟ ਮੌਂਕ ਆ ਉਹਨੇ ਕਰਾਟੀ ਦੱਸੀ ਹੈ ਜੀ ਵੀ ਕਿੱਦਾਂ ਰੱਖਿਆ ਕਰਨੀ। ਜੀ ਇਸ ਕਰਕੇ ਜਾਣੀ ਮਤਲਬ ਇਹ ਸਾਰਾ ਹੀ ਜਿਹੜਾ ਇਸ ਗਾਂ ਇਹਦਾ ਹੋਇਆ ਸਾਰਾ ਕੁਝ। ਹਾਂ, ਅੱਛਾ, ਬੁੱਧ ਧਰਮ ਦੀ ਗਿਰਾਵਟ ਅਤੇ ਪਤਨ ਵਾਸਤੇ ਕਿਵੇਂ ਸਾਜ਼ਿਸ਼ਾਂ ਨੂੰ ਅਸਲ ਵਿੱਚ ਲਿਆਂਦਾ ਗਿਆ, ਦੇਖੋ ਸੌਰੀ ਜਿਹੜਾ ਅਮਲ ਵਿੱਚ ਲਿਆਂਦਾ ਗਿਆ? ਦੇਖੋ ਜਿਹੜਾ ਇਹ ਮਤਲਬ ਜੋ ਇਹ ਬੁੱਧ ਧਰਮ ਦਾ ਐਸਟੈਬਲਿਸ਼ ਹੋਇਆ ਸੀ, ਜੀ ਅਸ਼ੋਕ ਦਾ ਰਾਜ, ਕਨਿਸ਼ਕ ਦਾ ਰਾਜ, ਹਰਸ਼ਵਰਧਨ ਦਾ ਰਾਜ, ਜੀ ਪਰ ਜੇ ਤੁਸੀਂ ਬਹੁਤ ਸੱਚੇ ਆ, ਇਮਾਨਦਾਰ ਆ, ਜੀ ਕਿਉਂਕਿ ਉਸ ਵੇਲੇ ਇਦਾਂ ਨਹੀਂ ਸੀ ਵੀ ਤੁਸੀਂ ਕੋਈ ਇਦਾਂ ਦੇ ਆਪਣੇ ਸੂਈ ਏਜੰਸੀ ਰੱਖੋ ਜੀ ਵੀ ਸਾਨੂੰ ਕੋਈ ਅੰਦਰੋਂ ਨਾ ਖਤਰਾ ਹੋਵੇ। ਜੀ ਮੁਲਕ ਤਾਂ ਇੱਕ ਹੋ ਗਿਆ ਸੀ, ਜੀ ਪਰ ਇਦਾਂ ਦਾ ਕੁਝ ਨਹੀਂ ਸੀ। ਜੀ ਪਰ ਉਹ ਜਿਹੜੇ ਬ੍ਰਾਹਮਣ ਸੀਗੇ ਉਹ ਬਹੁਤ ਇਹ ਤੋਂ ਦੁਖੀ ਸੀ, ਜੀ ਕਿਉਂਕਿ ਉਹ ਜਿਸ ਵੇਲੇ ਵੈਦਿਕ ਧਰਮ ਦਾ ਸੀ, ਉਹਨਾਂ ਦਾ ਸਭ ਕੁਝ ਉਹਨਾਂ ਦਾ ਹੀ ਚੱਲਦਾ ਸੀ। ਜੀ ਉਹਨੀ ਫਿਰ ਜਾਣੀ ਉਹਨਾਂ ਨੂੰ ਰਾਜਿਆਂ ਨੂੰ ਕਿਹਾ ਵੀ ਤੁਸੀਂ ਇਕੱਲਾ ਸਾਨੂੰ ਅੱਗੇ ਵਿੱਦਿਆ ਦਾ ਹੀ ਕੰਮ ਦਿੱਤਾ ਵੀ ਸਾਨੂੰ ਫੌਜ 'ਚ ਵੀ ਭਰਤੀ ਕਰੋ, ਜੀ ਵੀ ਅਸੀਂ ਫੌਜ 'ਚ ਵੀ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਾਂ। ਜੀ ਪਰ ਐਕਚੁਅਲੀ ਉਹਨਾਂ ਦਾ ਇਹ ਸੀ ਵੀ ਫੌਜ 'ਚ ਭਰਤੀ ਹੋ ਕੇ ਅਸੀਂ ਅੰਦਰੋਂ ਇਸ ਰਾਜ ਨੂੰ ਤਬਾਹ ਕਰੀਏ। ਜੀ ਉਹ ਤਾਂ ਦੇਸ਼ ਧਰੋਹ ਸੀ। ਜੀ ਉਹਨੀ ਫਿਰ ਉਹ ਕੀਤਾ ਜਾਣੀ ਫੌਜ 'ਚ ਭਰਤੀ ਹੋ ਕੇ ਉਹਨੀ ਬੋਧੀ ਰਾਜੇ ਦਾ ਕਤਲ ਕਰ ਦਿੱਤਾ। ਜੀ ਇਹ ਇੱਕ ਪਹਿਲੀ ਸਾਜ਼ਿਸ਼ ਸੀ। ਜੀ ਉਹ ਜਿਸ ਵੇਲੇ ਹੁਣ ਤੁਹਾਨੂੰ ਪਤਾ ਬੋਧੀ ਰਾਜੇ ਦਾ ਹੀ ਕਤਲ ਕਰ ਦਿੱਤਾ ਤਾਂ ਉਹ ਤਾਂ ਬਹੁਤ ਮਾੜੀ ਗੱਲ ਹੋਈ, ਜੀ ਔਰ ਉਹ ਦੇਸ਼ ਦੇ ਵੀ ਵਿਰੁੱਧ ਸੀ। ਫਿਰ ਉਹ ਜਾਣੀ ਉਹ ਜਿਹੜੇ ਬ੍ਰਾਹਮਣ ਫਿਰ ਉਹਦੇ ਨਾਲ ਰਾਜੇ ਦੇ ਜੁੜਨ ਲੱਗ ਪਏ। ਉਹਨੇ ਕਿਹਾ ਵੀ ਹੁਣ ਇਦਾਂ ਦਾ ਰਾਜ ਸਥਾਪਿਤ ਕਰੋ ਜਿਹੜਾ ਮੁੜ ਕੇ ਵਰਣ ਅਵਸਥਾ ਨੂੰ ਲਿਆਂਦਾ ਜਾਵੇ। ਜੀ ਔਰ ਦੇਖੋ ਕਿੰਨੀ ਇਹ ਮਾੜੀ ਗੱਲ ਸੀ। ਜੀ ਪਰ ਉਹ ਬਾਅਦ ਦੇ ਵਿੱਚ ਫਿਰ ਜਿਸ ਵੇਲੇ ਉਹ ਨਹੀਂ ਜਿਹਨੇ ਵੱਡੀ ਭੂਮਿਕਾ ਨਿਭਾਈ ਉਹ ਸ਼ੰਕਰਾਚਾਰੀਆ ਸੀ। ਜੀ ਉਹ ਸ਼ੰਕਰਾਚਾਰੀਆ ਨੇ ਕਿਹਾ ਵੀ ਮੈਂ ਇਹ ਕੰਮ ਕਰਾਂਗਾ ਵੀ ਤੇ ਹੁਣ ਭਾਵੇਂ ਥੋੜੇ ਏਰੀਏ 'ਚ ਸਾਡਾ ਸ਼ਾਸਨ ਹੋ ਗਿਆ ਵੀ ਅਸੀਂ ਮੁੜ ਕੇ ਜਾਣੀ ਇਹ ਫਿਰ ਉਹ ਵੈਦਿਕ ਜਿਹੜੀ ਧਰਮ ਦੀ ਸਟੇਜ ਤੋਂ ਗਾਂ ਬ੍ਰਾਹਮਣਵਾਦ ਆ ਗਿਆ। ਜੀ ਜਾਣੀ ਉਹ ਬ੍ਰਾਹਮਣਾਂ ਨੇ ਆਰਗੇਨਾਈਜ਼ ਕੀਤਾ। ਜੀ ਫਿਰ ਉਹਨਾਂ ਨੂੰ ਸੰਵਿਧਾਨ ਵੀ ਕੋਈ ਚਾਹੀਦਾ ਸੀ, ਜੀ ਕਿਉਂਕਿ ਉਹ ਆਜ਼ਾਦੀ, ਬਰਾਬਰੀ, ਭਾਈਚਾਰਾ ਨਹੀਂ ਸੀ ਚਾਹੁੰਦੇ। ਜੀ ਉਹ ਸ਼ੰਕਰਾਚਾਰੀਆ ਨੇ ਫਿਰ ਮਨੂ ਨੂੰ ਕਿਹਾ ਜੀ ਵੀ ਤੂੰ ਮਨੂ ਸਮ੍ਰਿਤੀ ਦੀ ਰਚਨਾ ਕਰ ਔਰ ਇਹਨੂੰ ਸਖਤੀ ਨਾਲ ਲਾਗੂ ਕਰਨਾ। ਜੀ ਵੀ ਅਸੀਂ ਨਹੀਂ ਜਾਣੀ ਅਸੀਂ ਚਾਹੁੰਦੇ ਵੀ ਮੁੜ ਕੇ ਬ੍ਰਾਹਮਣ ਦਾ ਸਤਿਕਾਰ ਹੋਵੇ। ਜੀ ਔਰ ਜਾਣੀ ਇਹ ਫਿਰ ਮੁੜ ਕੇ ਜਾਣੀ ਜਿਹੜੀ ਇਹ ਵੀ ਸਾਜ਼ਿਸ਼ ਸੀਗੀ। ਯਾਨੀ ਕਿ ਇਹ ਫਿਰ ਬੁੱਧ ਧਰਮ ਦੇ ਪਤਨ ਦਾ ਭਾਰਤ ਤੇ ਕੀ ਪ੍ਰਭਾਵ ਪਿਆ, ਇਹਦੀ ਐਕਸਪਲੇਨੇਸ਼ਨ ਇਹੀ ਹੈ। ਨਹੀਂ, ਮੈਂ ਪੂਰੀ ਐਕਸਪਲੇਨੇਸ਼ਨ ਦਿੰਦਾ ਵੀ ਜਿਸ ਵੇਲੇ ਉਹਨੇ ਕਤਲ ਕਰ ਦਿੱਤਾ ਫਿਰ ਉਹ ਸ਼ੰਕਰਾਚਾਰੀਆ ਤਾਂ ਪਹਿਲਾ ਰੋਲ ਅਦਾ ਕੀਤਾ। ਜੀ ਫਿਰ ਜਦ ਮਨੂ ਨੇ ਉਹ ਲਿਖ ਦਿੱਤੀ ਮਨੂ ਸਿਮਰਤੀ, ਜੀ ਫਿਰ ਉਹ ਕਹਿੰਦੇ ਸੀ ਰਾਜਿਆਂ ਨੂੰ ਵੀ ਤੁਸੀਂ ਆਪਣੇ ਆਪਣੇ ਰਾਜ ਦੇ ਵਿੱਚ ਇਹਨੂੰ ਸਖਤੀ ਨਾਲ ਲਾਗੂ ਕਰੋ। ਜੀ ਵੀ ਇਹ ਜਿਹੜੇ ਲੋਕ ਨਹੀਂ ਮੰਨਦੇ, ਜਿੱਦਾਂ ਹੁਣ ਤੁਸੀਂ ਦੇਖੋ ਵੀ ਜਿਹੜੇ ਬੋਧੀ ਸੀਗੇ, ਜਿਹੜੇ ਪ੍ਰਚਾਰਕ ਸੀ, ਜੀ ਜਿਹੜੇ ਗਰੀਬ ਸੀਗੇ, ਜੀ ਉਹ ਮਨੂ ਨੇ ਕਿਹਾ ਵੀ ਇਹ ਸ਼ੂਦਰਾਂ ਤੋਂ ਵੀ ਥੱਲੇ ਇਹਨਾਂ ਨੂੰ ਕਰੋ ਹੁਣ। ਜੀ
ਇਹਨਾਂ ਨੂੰ ਅਤੀ ਸ਼ੁੱਧਰਾ ਬਣਾਓ, ਜੀ ਯਾਨੀ ਅਨਟੱਚੇਬਲ ਬਣਾਓ ਜੀ ਵੀ ਜਿਹੜਾ ਰਾਜਾ ਹੈ ਨਾ ਚੰਗਾ ਹੈ ਕਿ ਇਹਨੂੰ ਲਿਆਊਗਾ ਅਮਲ ਦੇ ਵਿੱਚ, ਸਾਡੇ ਵੱਲੋਂ ਉਹੀ ਰਾਜਾ ਹੈ। ਜੀ ਜਿੱਦਾਂ ਹੁਣ ਰਾਮ ਨੇ ਸ਼ਮੂਕ ਦਾ ਕਤਲ ਕੀਤਾ, ਉਹ ਤਦੇ ਉਹਦਾ ਸਤਿਕਾਰ ਹੋ ਰਿਹਾ। ਜੀ ਜਿੱਦਾਂ ਹੁਣ ਦਰੋਣਾਚਾਰੀਆ ਆ, ਜੀ ਉਹਨੇ ਏਕਲਵਿਆ ਸ਼ੂਦਰ ਸੀਗਾ, ਉਹਦਾ ਅੰਗੂਠਾ ਲਿਆ, ਉਹਨੇ ਕਿਹਾ ਵੀ ਤੈਨੂੰ ਤਾਂ ਹੱਕ ਹੀ ਨਹੀਂ ਸੀ, ਜੈ ਬੇਅਧਿਕਾਰ ਕਸ਼ਤਰੀ ਦਾ ਸੀ। ਜੀ ਜਾਣੀ ਉਹ ਫਿਰ ਮਤਲਬ ਇਹਦੇ ਨਾਲ ਵੱਡੀ ਗੱਲ ਇਹ ਹੋਈ ਵੀ ਮੁੜ ਕੇ ਮੁਲਕ ਗਿਰਾਵਟ ਵੱਲ ਚਲੇ ਗਿਆ, ਜੀ ਕਿਉਂਕਿ ਇਹਦੇ ਵਿੱਚ ਪਹਿਲਾਂ ਸ਼ੰਕਰਾਚਾਰੀਆ ਦਾ ਰੋਲ ਆ, ਦੂਆ ਮਨੂ ਦਾ ਆ, ਜੀ ਔਰ ਬਾਅਦ ਦੇ ਵਿੱਚ ਤੁਸੀਂ ਦੇਖੋ ਵੀ ਮੁਲਕ ਇੰਨਾ ਜਾਣੀ ਹੋ ਗਿਆ, ਫਿਰ ਮੁਸਲਮਾਨ ਵੀ ਆਉਣ ਲੱਗ ਪਏ। ਜੀ ਔਰ ਤੁਸੀਂ ਦੇਖੋ ਵੀ ਜਦ ਤੁਲਸੀਦਾਸ ਨੇ ਰਮਾਇਣ ਲਿਖੀ ਆ, ਉਹ ਤੀਜਾ ਪਰਸਨ ਉਹ ਆ ਜਾਣੀ ਜਿਹਨੇ ਇਸ ਧਰਮ ਦਾ ਨੁਕਸਾਨ ਕੀਤਾ। ਜੀ ਜਾਣੀ ਇਸ ਕਰਕੇ ਸਾਰਾ ਦੇਸ਼ ਮੁੜ ਕੇ ਫੇਰ ਟੋਟੇ ਹੋ ਗਿਆ। ਜੀ ਔਰ ਇਹਦਾ ਜਾਣੀ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਕਾਰਨ ਇਹ ਜਾਣੀ ਬ੍ਰਾਹਮਣਵਾਦ ਹੈ। ਜੀ। ਹਾਂਜੀ। ਅੱਛਾ, ਅੰਗਰੇਜ਼ ਸ਼ਾਸਨ ਵਿੱਚ ਭਾਰਤ ਵਿੱਚ ਬੁੱਧ ਧਰਮ ਪ੍ਰਤੀ ਕੀ ਰੁਝਾਨ ਰਿਹਾ? ਦੇਖੋ ਹੁਣ ਇਦਾਂ ਸੀ ਵੀ ਭਾਰਤ ਦੇ ਵਿੱਚ ਤੁਸੀਂ ਦੇਖੋ ਵੀ ਆਰੀਅਨ ਵੀ ਬਾਹਰੋਂ ਆਏ ਸੀ, ਜੀ ਉਹਨੀ ਤਾਂ ਆਹ ਜੋ ਕੁਝ ਕੀਤਾ ਆਪਾਂ ਦੱਸ ਚੁੱਕੇ ਹਾਂ। ਠੀਕ ਹੈ। ਫਿਰ ਉਦੋਂ ਹੀ ਦੇਖੋ ਵੀ ਇਹ ਜਿਹੜੇ ਰਾਜੇ ਮਨੂਵਾਦੀ ਰਾਜੇ ਸੀਗੇ, ਇਨੀ ਜਾਣੀ ਰਾਜ ਤਾਂ ਕੀ ਚਲਾਉਣਾ ਸੀ, ਜੀ ਇਨੀ ਜਾਣੀ ਆਪਸ ਦੀ ਫੋਟਨਾ ਇਨੀ ਮੁਗਲਾਂ ਨੂੰ ਸੱਦਿਆ ਭਾਰਤ। ਜੀ ਤੁਸੀਂ ਦੇਖੋ ਵੀ ਕਿੰਨੇ ਮੁਹੰਮਦ ਗੌਰੀ ਨੇ ਹਮਲੇ ਕੀਤੇ, ਬਾਕੀ ਮਹਿਮੂਦ ਬਕਜ਼ਰੀ ਨੇ ਕੀਤੇ, ਇੰਨੇ ਕੋ ਆਏ, ਜੀ। ਔਰ ਉਹ ਕਿੰਨਾ ਜਾਣੀ ਮਤਲਬ ਗਿਰਾਵਟ ਆਈ। ਜੀ ਜਾਣੀ ਇਹ ਮਤਲਬ ਬਹੁਤ ਇਹ ਸਾਰਾ ਕੁਝ ਭਾਰਤ ਦੇ ਗਿਰਾਵਟ ਵੱਲ ਸੀ। ਜੀ ਪਰ ਹੁਣ ਉਹ ਤੁਸੀਂ ਦੇਖੋ ਵੀ ਜਿਸ ਵੇਲੇ ਕੋਈ ਮੁਲਕ ਇੰਨਾ ਕਮਜ਼ੋਰ ਹੋ ਜਾਂਦਾ, ਜੀ। ਫਿਰ ਤਾਂ ਹੋਰ ਵੀ ਕੋਈ ਆ ਸਕਦਾ। ਜੀ ਫਿਰ ਇਹ ਜਾਣੀ ਅੰਗਰੇਜ਼ ਈਸਟ ਇੰਡੀਆ ਕੰਪਨੀ ਰਾਹੀਂ ਇਹ ਫਿਰ ਭਾਰਤ ਵਿੱਚ ਆ ਗਏ, ਜੀ ਔਰ ਉਹਨਾਂ ਨੂੰ ਵੀ ਦੇਖੋ ਵੀ 1757 ਤੋਂ ਲਾ ਕੇ ਉਹਨੀ ਮਤਲਬ 1849 ਤੱਕ ਸਾਰੇ ਭਾਰਤ ਤੇ ਕਬਜ਼ਾ ਕਰ ਲਿਆ। ਜੀ ਪਰ ਉਹ ਬਾਕੀ ਦੇ ਜਿਹੜੇ ਬਾਹਰੋਂ ਵਿਦੇਸ਼ੀ ਆਏ ਸੀ ਉਹਨਾਂ ਤੋਂ ਅਲੱਗ ਸਨ, ਜੀ ਕਿਉਂਕਿ ਜਿਹੜੇ ਮੁਗਲ ਆਏ ਪਹਿਲਾਂ ਆਰੀਆ ਆਏ, ਕਿਉਂਕਿ ਇਹ ਤਾਂ ਪੜ੍ਹੇ ਲਿਖੇ ਲੋਕ ਸੀ, ਜੀ ਪਰ ਇਨੀ ਫਿਰ ਵੱਖਰੇ ਤਰੀਕੇ ਦੇ ਨਾਲ ਪਹਿਲਾਂ ਤੁਸੀਂ ਅੱਛਾ, ਮੈਂ ਕਰ ਮਤ ਕਰਦੇ ਹਾਂ। ਅੱਛਾ, ਕੁਝ ਇੱਕ ਲੋਕਾਂ ਦੇ ਫੋਨ ਆਏ ਹਨ, ਉਹਨਾਂ ਨੂੰ ਵੀ ਦੱਸਣਾ ਬਹੁਤ ਜ਼ਰੂਰੀ ਆ। ਉਸ ਤੋਂ ਪਹਿਲਾਂ ਕਿ ਅਸੀਂ ਅੱਜ ਬੁੱਧ ਪੂਰਨਿਮਾ ਦੇ ਸੰਦਰਭ ਦੇ ਵਿੱਚ ਉਹਨਾਂ ਦੀ ਜਯੰਤੀ ਤੇ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟਨ ਵੱਲੋਂ ਜਿਹੜੀ ਵਿਸਾਖ ਪੂਰਨਿਮਾ ਆ ਉਹ 29 ਤਰੀਕ ਨੂੰ ਜਿਹੜੀ ਆ ਉਹ ਮਨਾਈ ਜਾ ਰਹੀ ਆ। ਉਸ ਦੇ ਵਿੱਚ ਵੀ ਤੁਸਾਂ ਨੇ ਜਿਹੜਾ ਇਸ ਦੇ ਵਿੱਚ ਪਾਰਟਿਸਿਪੇਟ ਕਰਨਾ। 29 ਮਈ ਨੂੰ ਜਿਹੜੀ ਮਾਰਨਿੰਗ ਚੈਂਟਿੰਗ ਆ ਉਹ 10:30 ਵਜੇ ਤੋਂ 11:15 ਵਜੇ ਤੱਕ ਆ ਸੰਡੇ ਨੂੰ, ਔਰ ਇਹ ਜਿਹੜੀ ਵਟ ਮਹਾ ਬੁੱਧਾ ਵਿਹਾਰਾ ਵੋਲਰਹੈਂਪਟਨ ਦੇ ਵਿੱਚ ਮਨਾਈ ਜਾ ਰਹੀ ਆ। ਸਭ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ 29 ਤਰੀਕ ਨੂੰ ਬੁੱਧਾ ਜਯੰਤੀ ਦੀ ਸੈਲੀਬ੍ਰੇਸ਼ਨ ਦੇ ਵਿੱਚ ਤੁਸੀਂ ਜ਼ਰੂਰ ਹਿੱਸਾ ਲਵੋ। ਜੋ ਫੋਨ ਆਏ ਹਨ ਕੁਝ ਇਸ ਤਰ੍ਹਾਂ ਹਨ। ਰਮੇਸ਼ ਮੀਨਾ ਦਾਦਰਾ ਬਰਮਿੰਘਮ ਤੋਂ ਕੰਗ੍ਰੈਚੁਲੇਟ ਕਰਦੇ ਨੇ। ਮੂਰਤੀ ਮੱਲ ਹਰਭਜਨ ਕੌਰ ਮੱਲ ਕੰਗ੍ਰੈਚੁਲੇਟ ਟੂ ਬੀਬੀ ਬਚਨੀ ਸੁਮਨ ਵੈਰੀ ਗੁੱਡ ਪ੍ਰੋਗਰਾਮ। ਸੋਹਣ ਲਾਲ ਸਾਂਪਲਾ ਜਰਮਨੀ ਤੋਂ ਫੋਨ ਕਰਦੇ ਹਨ ਔਰ ਕੰਗ੍ਰੈਚੁਲੇਟ ਕਰਦੇ ਹਨ ਬੀਬੀ ਬਚਨੀ ਜੀ ਨੂੰ। ਰਾਮ ਪ੍ਰਕਾਸ਼ ਮਮਨ ਜੀ ਕੰਗ੍ਰੈਚੁਲੇਟ ਬਰਥਡੇ ਕਰਦੇ ਆ ਬੀਬੀ ਬਚਨੀ ਜੀ ਨੂੰ, ਸ਼ਰਧਾਂਜਲੀਆਂ ਭੇਂਟ ਕਰਦੇ ਆ ਤੇ ਨਾਲ ਭੰਤੇ ਅਭੀ ਪ੍ਰਸੰਨੋ ਜੀ ਨੂੰ ਵੀ ਸ਼ਰਧਾਂਜਲੀ ਭੇਂਟ ਕਰਦੇ ਆ। ਮੁਲਖਰਾਜ ਸ਼ੀਸ਼ ਬੱਧਨ ਕੰਗ੍ਰੈਚੁਲੇਟ ਕਰਦੇ ਆ ਬੀਬੀ ਬਚਨੀ ਸੁਮਨ ਜੀ ਨੂੰ। ਧਰਮਪਾਲ ਜੋਗਿੰਦਰੋ ਬੰਗੜ ਕੰਗ੍ਰੈਚੁਲੇਟ ਕਰਦੇ ਆ ਬੀਬੀ ਬਚਨੀ ਸੁਮਨ ਜੀ ਨੂੰ। ਜਗਦੀਸ਼ ਦਾਦਰਾ ਸੁਮਿਤਰੀ ਦਾਦਰਾ ਕੰਗ੍ਰੈਚੁਲੇਟ ਕਰਦੇ ਆ ਬੀਬੀ ਬਚਨੀ ਸੁਮਨ ਜੀ ਨੂੰ। ਉਰਮਲਾ ਕੌਰ ਕੌਲ ਕੰਗ੍ਰੈਚੁਲੇਟ ਕਰਦੇ ਆ ਬੀਬੀ ਬਚਨੀ ਸੁਮਨ ਜੀ ਨੂੰ। ਹਰਮੇਸ਼ ਜੱਸਲ ਸਤਿਆ ਕੰਗ੍ਰੈਚੁਲੇਟ ਕਰਦੇ ਆ ਬੀਬੀ ਬਚਨੀ ਸੁਮਨ ਜੀ ਨੂੰ ਤੇ ਨਾਲ ਹੀ ਭੰਤੇ ਜੀ ਨੂੰ ਸ਼ਰਧਾਂਜਲੀਆਂ ਅਰਪਣ ਕਰਦੇ ਹਨ। ਤਰਸੇਮ ਕੌਲ ਗੁਰਦੇਵ ਕੌਲ ਕੰਗ੍ਰੈਚੁਲੇਟ ਕਰਦੇ ਆ ਬੀਬੀ ਬਚਨੀ ਜੀ ਸੁਮਨ ਜੀ ਨੂੰ।
ਸੋਹਣ ਲਾਲ ਰੱਤੂ ਜੀ ਐਂਡ ਫੈਮਿਲੀ ਵੱਲੋਂ ਕੰਗ੍ਰੈਚੁਲੇਟ ਕਰਦੇ ਆ ਉਹ ਬੀਬੀ ਬਚਨੀ ਜੀ ਨੂੰ। ਸੋਢੀ ਕਮਲੇਸ਼ ਜਸਲ ਰਕੇਸ਼ ਉਹਨਾਂ ਵੱਲੋਂ ਵੈਰੀ ਗੁੱਡ ਪ੍ਰੋਗਰਾਮ ਤੇ ਸ਼ਰਧਾਂਜਲੀਆਂ ਤੇ ਵਧਾਈਆਂ ਦਿੰਦੇ ਨੇ। ਨੰਜੋ ਰੱਤੂ ਕੰਗ੍ਰੈਚੁਲੇਟ ਬੀਬੀ ਬਚਨੀ ਜੀ ਨੂੰ, ਵੈਰੀ ਗੁੱਡ ਪ੍ਰੋਗਰਾਮ। ਪ੍ਰੇਮ ਚਮਕੀਲਾ, ਸ਼ਾਮ ਲਾਲ ਕੈਂਥ, ਦੀਵਾਨ ਮਹਿੰਦਰਾ ਉਹ ਵਧਾਈਆਂ ਭੇਜਦੇ ਨੇ। ਹੰਸਰਾਜ ਮਹਿਮੀ ਜੀ, ਪਾਲੋ ਮਹਿਮੀ ਦੇ ਪਰਿਵਾਰ ਵੱਲੋਂ ਵੀ ਵਧਾਈ ਦਿੱਤੀ ਜਾਂਦੀ ਆ। ਅਸੀਂ ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਆਪਣੇ ਕੋਲ ਟਾਈਮ ਥੋੜ੍ਹਾ ਰਹਿ ਗਿਆ, ਮੈਂ ਅਗਲਾ ਕੁਐਸਚਨ ਤੁਹਾਡੇ ਲਈ ਕਰਦਾ ਕਿ ਡਾਕਟਰ ਅੰਬੇਡਕਰ ਵੱਲੋਂ 14 ਅਕਤੂਬਰ 1956 ਨੂੰ ਬੁੱਧ ਧੰਮ ਦੁਬਾਰਾ ਜਿੰਦਾ ਕਰਨ ਬਾਰੇ, ਇਹਦੇ ਬਾਰੇ ਵਰਣਨ ਕਰੋ। ਦੇਖੋ, ਜਿਹੜਾ ਆਪਾਂ ਪਹਿਲਾ ਸਵਾਲ ਸੀਗਾ ਵੀ ਜਿਹੜੇ ਉੱਥੇ ਬ੍ਰਿਟਿਸ਼ ਗਏ ਆ ਜੀ ਇਹ ਬਹੁਤ ਇਨਸਾਫ ਪਸੰਦ ਲੋਕ ਸੀ ਜੀ ਕਿਉਂਕਿ ਇਹ ਨਹੀਂ ਤੁਸੀਂ ਦੇਖੋ ਵੀ ਇਹ ਤਾਂ ਇਹਨਾਂ ਦਾ ਤਾਂ ਮਜ਼ਹਬ ਹੀ ਈਸਾਈ ਸੀ, ਜੀ ਪਰ ਇਹ ਨਹੀਂ ਜਿਸ ਵੇਲੇ ਜਿੱਥੇ ਜੋ ਵੀ ਖੋਜ ਕੀਤੀ ਇਹ ਨਹੀਂ ਕਿਹਾ ਵੀ ਜੇ ਅਸੀਂ ਇੱਥੇ ਆਏ ਆ ਐਜੂਕੇਸ਼ਨ ਹੀ ਨਹੀਂ ਲਿਆਂਦੀ ਮੁੜ ਕੇ। ਜੀ ਫੌਜ ਦੇ ਵਿੱਚ ਹੀ ਨਹੀਂ ਸਾਰਿਆਂ ਨੇ ਭਰਤੀ ਸ਼ੁਰੂ ਕੀਤੀ, ਜੀ ਯੂਨੀਵਰਸਿਟੀਆਂ ਨਹੀਂ ਬਣਾਈਆਂ ਉੱਥੇ। ਜੀ ਔਰ ਫਿਰ ਉਹ ਤੁਸੀਂ ਦੇਖੋ ਵੀ ਉਹ ਜਿਹੜਾ ਮੁਲਕ ਨੂੰ ਤਾਂ ਨਹੀਂ ਤਾਂ ਛੱਡਣਾ ਸੀ, ਜੀ ਉਹ ਫਿਰ ਭਾਰਤ ਦੇ ਸੰਵਿਧਾਨ ਦੀ ਜਾਣੀ ਨਿਰਮਾਣ ਵੀ ਸ਼ੁਰੂ ਹੋਇਆ, ਜੀ ਉਹ ਵੀ ਬਾਬਾ ਸਾਹਿਬ ਦੇ ਅੰਦਰ। ਜੀ ਫਿਰ ਭਾਰਤ ਦਾ ਜਿਹੜਾ ਝੰਡਾ, ਭਾਰਤ ਦਾ ਜਿਹੜਾ ਨੈਸ਼ਨਲ ਐਂਬਲਮ ਆ, ਜੀ ਕਿਉਂਕਿ ਇਹ ਤਾਂ ਪਹਿਲਾਂ ਹੀ ਬਾਬਾ ਸਾਹਿਬ ਨੇ ਐਕਸੈਪਟ ਕਰਾਤਾ ਜੀ। ਸੀ ਕੌਂਸਟੀਟਿਊਂਟ ਅਸੈਂਬਲੀ। ਬੜੀ ਗੱਲ ਇਹ ਹੈਗੀ ਆ ਵੀ ਦੇਖੋ ਜਿਹੜਾ ਮੁੜ ਕੇ ਇਤਿਹਾਸ ਆ, ਜੀ ਇਤਿਹਾਸ ਬਦਲਦਾ ਰਹਿੰਦਾ, ਜੀ ਕਿਉਂਕਿ ਬਾਬਾ ਸਾਹਿਬ ਨੇ ਇਹ ਸਾਰਾ ਪਰਨ ਕੀਤਾ ਸੀ ਵੀ ਮੈਂ ਮੁੜ ਕੇ ਇਹ ਜੋ ਕੁਝ ਹੈਗਾ, ਚਾਹੇ ਉਹ ਵੈਦਿਕ ਧਰਮ ਆ, ਜੀ ਚਾਹੇ ਬ੍ਰਾਹਮਣਵਾਦ ਆ, ਚਾਹੇ ਮਨੂਵਾਦ ਆ, ਜੀ ਚਾਹੇ ਹਿੰਦੂ ਧਰਮ ਆ, ਚਾਹੇ ਹਿੰਦੂਤਵ ਆ, ਜੀ ਇਹ ਸਾਰੀ ਇੱਕੋ ਹੀ ਬਿਮਾਰੀ ਦੇ ਨਾਂ ਆ ਜੀ ਵੀ ਭਾਰਤ ਦੇ ਵਿੱਚ ਜੇ ਆਜ਼ਾਦੀ, ਬਰਾਬਰੀ, ਭਾਈਚਾਰਾ ਹੋਣਾ ਤਾਂ ਉਹ ਸਿਰਫ ਬੁੱਧ ਧਰਮ ਅਪਣਾ ਕੇ ਹੋਣਾ। ਜੀ ਪਰ ਉਹਨੇ ਐਲਾਨ ਬਹੁਤ ਦੇਰ ਦਾ ਕੀਤਾ ਸੀ, ਜੀ ਤੁਸੀਂ ਦੇਖੋ ਵੀ 1935 ਦਾ ਕੀਤਾ ਹੋਇਆ ਸੀ, ਪਰ ਉਹ ਫਿਰ ਜਾਣੀ ਮਤਲਬ ਉਹਨੂੰ ਇਹਦੇ ਬਾਅਦ ਤੁਸੀਂ ਦੇਖੋ ਵੀ ਬੁੱਧਾ ਨੇ ਦੰਮਾ ਤੁਸੀਂ ਦਿਖਾ ਲਈ ਆ, ਜੀ ਇਹ ਤਾਂ ਉਹ ਬਹੁਤ ਦੇਰ ਦੇ ਜਾਣੀ। ਫਿਰ ਵੱਡੀ ਗੱਲ ਹੈਗੀ ਆ ਵੀ ਬੁੱਧ ਧਰਮ ਕਿਉਂ ਅਪਣਾਉਣਾ ਜ਼ਰੂਰੀ ਹੈ, ਜੀ ਕਿਉਂਕਿ ਬਾਕੀ ਉਹ ਜਿਹੜੇ ਤਾਂ ਜੋ ਵੀ ਹੈਗੀ ਵਿਚਾਰਧਾਰਾ ਉਹ ਇਰੈਸ਼ਨਲ ਹੈ, ਜੀ ਉਹ ਮਾਨਵ ਵਿਰੋਧੀ ਹੈ, ਜੀ ਉਹ ਭਾਰਤ ਨੂੰ ਤਾਂ ਭਾਰਤ ਦੀ ਏਕਤਾ ਲਈ ਤਾਂ ਹੈ ਹੀ ਨਹੀਂ। ਜੀ ਇਸ ਕਰਕੇ ਬਾਬਾ ਸਾਹਿਬ ਨੇ ਮਤਲਬ ਜਿਹੜਾ ਇਹ ਲਿਖਿਆ ਸੀਗਾ ਜੀ ਵੀ ਮੈਂ ਉਹਨੇ ਲੇਟ ਕੀਤਾ, ਜੀ ਤੁਸੀਂ ਦੇਖੋ ਵੀ 21 ਸਾਲ ਉਹਨੇ ਲਾਏ, ਜੀ ਔਰ ਉਹਨੇ ਫਿਰ ਇਹ ਕਿਹਾ ਵੀ ਜਿਹੜਾ ਵੀ ਇਹ ਬੁੱਧ ਧਰਮ ਅਪਣਾਉਣਾ ਜੀ ਵੀ ਇਹ ਤਦੇ ਹੀ ਬਚਣਾ ਵੀ ਉਹ ਬਾਕੀ ਦੇ ਨੂੰ ਛੱਡਿਆ ਜਾਵੇ। ਚੌਹਾਨ ਸਾਹਿਬ, ਆਪਣਾ ਟਾਈਮ ਖਤਮ ਹੋ ਗਿਆ। ਤੁਹਾਡੇ ਨਾਲ ਪਹਿਲੀ ਵਾਰੀ ਧੰਮ ਦੇ ਉੱਤੇ ਚਰਚਾ ਕਰਨ ਦਾ ਪ੍ਰੋਗਰਾਮ ਰੱਖਿਆ, ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਨਮੋ ਬੁੱਧਾ, ਜੈ ਭੀਮ।